ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰਸ਼ਾਹ ਪਾਤਸ਼ਾਹ, ਮੇਹ ਚਲ ਚੌਰ ਛਤ। ਔੜੀ ਵੱਡ ਵੱਡਾ ਭਾਰ ਤੇਰਾ ਮਰਤਬਾ, ਰੰਗ ਰੰਗ ਨਿਕਲ ਜਪ ਕਰਬਾ। ਜੀਆਂ ਅੰਦਰ ਜੀਉ ਸਭ ਜਾਣ ਲਾ, ਸਭ ਤੇਰੇ ਵਾਸਤੇ ਰੱਖ ਭਲਾ। ਤੇਰੇ ਕਰ ਆਨੰਦ ਵਧਾਈ ਤੁਧ ਕਰ, ਮਾਣ ਮਤਾ ਤੇਰੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸ ਦਾਸ ਤੁਧ ਆਗੇ ਬਿਨਵਤਾ। ਵਾਹਿਗੁਰੂ ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪ੍ਰਾਂਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਾਸਤੇ ਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ, ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਹਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ, ਪੰਕਜ ਸਿਮਰੋ ਅੰਗਦ। ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਣ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਹਰ ਗੋਬਿੰਦ ਸ਼ੁਭ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ।
ਬੰਦਾਂ ਬਾਰ 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 ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਰਿਦਾ ਕਿਦਾਰ ਸੁਧਾਰਨੋ ਤਜਨੋ ਸਰਬ ਵਿਕਾਰ। ਵਾਹਿਗੁਰੂ ਸਤਿਗੁਰ ਕਰੁਣਾ ਜਲ ਪਰੇ ਭਗਤ ਕ੍ਰਿਖੀ ਹੋਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਸਾਖੀ ਜਨਮ ਸਾਖੀ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਲਹਿਣਾ ਜੀ ਜੋ ਹਾਲੇ ਗੁਰੂ ਅੰਗਦ ਨਹੀਂ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਟਹਿਲ ਵਿੱਚ ਹਨ। ਸ੍ਰੀ ਕਰਤਾਰਪੁਰ ਸਾਹਿਬ ਬੇਅੰਤ ਸੰਗਤਾਂ ਆ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ। ਤਿਨਾਂ ਲਈ ਗੁਰੂ ਪਾਤਸ਼ਾਹ ਦੇ ਲੰਗਰ ਚੱਲਦੇ ਹਨ। ਇੱਕ ਵਾਰ ਮੀਂਹ ਦੀ ਝੜੀ ਲੱਗੀ 3 ਦਿਨ ਬੀਤ ਗਏ ਲੰਗਰ ਨਾ ਪੱਕ ਸਕਿਆ। ਸੰਗਤ ਬੇਬਲ ਹੈ ਭੁੱਖ ਨਾਲ ਵਿਆਕੁਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦੋਨਾਂ ਸਾਹਿਬਜ਼ਾਦਿਆਂ ਨੂੰ ਕਿਹਾ ਸਾਹਮਣੇ ਬਾਹਰ ਕਿੱਕਰ ਦੇ ਦਰਖਤਾਂ ਨੂੰ ਝੂਣੋ ਉਹਨਾਂ ਵਿੱਚੋਂ ਪਕਵਾਨ ਚੜਨਗੇ ਸੰਗਤ ਛਕੇਗੀ। ਸਤਿਗੁਰਾਂ ਦੇ ਦੋਨਾਂ ਸਾਹਿਬਜ਼ਾਦਿਆਂ ਨੇ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਪ੍ਰਤੀਤ ਨਹੀਂ ਕੀਤੀ ਤਾਂ ਭਾਈ ਲਹਿਣਾ ਜੀ ਨੂੰ ਹੁਕਮ ਹੋਇਆ ਝਟ ਕਮਰ ਕੱਸਾ ਕਰਕੇ ਦਰਖਤ ਨੂੰ ਜਦੋਂ ਝੂਣਿਆ ਤੇ ਵਾਕਈ ਵਿੱਚੋਂ ਪਕਵਾਨ ਝੜੇ ਸਾਰੀ ਸੰਗਤ ਨੇ ਛਕੇ। ਤਕਰੀਬਨ 24,000 ਗੁਰੂ ਕੀ ਸੰਗਤ ਨੇ ਉੱਥੋਂ ਪਕਵਾਨ ਛਕ ਕੇ ਤ੍ਰਿਪਤੀ ਪ੍ਰਾਪਤ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੁਣ ਬੜੀ ਵੱਡੀ ਭਾਰੀ ਕਰੜੀ ਤਪੱਸਿਆ ਕਰ ਰਹੇ ਨੇ। ਸਿੱਖਾਂ ਵਿੱਚ ਕਾਲਣਾ ਤੇ ਮਸ਼ੱਕਤ ਘਾਲਣ ਦੀ ਪਿਰਤ ਪਾ ਰਹੇ ਨੇ। ਗਰੀਬ ਨਵਾਜ਼ ਜੀ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਰਾਵੀ ਕੰਢੇ ਜਾਂਦੇ ਹਨ। ਇਸ਼ਨਾਨ ਕਰਕੇ ਗਲ ਤੱਕ ਪਾਣੀ 'ਚ ਖਲੋਤੇ ਸਾਧਨਾ ਕਰਦੇ। ਭਾਈ ਲਹਿਣਾ ਜੀ ਨਾਲ ਜਾਂਦੇ ਹਨ। ਪੋਹ ਦੀਆਂ ਸਰਦ ਰਾਤਾਂ ਹਨ। ਮੀਂਹ ਪੈ ਰਿਹਾ। ਭਾਈ ਲਹਿਣਾ ਜੀ ਠੰਡ ਨਾਲ ਸਰਦੀ ਨਾਲ ਬੇਸੁੱਧ ਹੋ ਗਏ। ਗੁਰੂ ਪਾਤਸ਼ਾਹ ਜੀ ਬਾਹਰ ਆਏ ਆਪਣੇ ਚਰਨ ਦਾ ਸਪਰਸ਼ ਕੀਤਾ ਸੋਝੀ ਵਿੱਚ ਆਏ।
ਰੋੜਾਂ ਦੀ ਸੇਜਾ ਵਿਛਾ ਕੇ ਇੱਕ ਛੋਟੀ ਜਿਹੀ ਝੁੱਗੀ ਬਣਾ ਕੇ ਸਤਿਗੁਰੂ ਜੀ ਉਹਦੇ ਤੇ ਤਪ ਕਰ ਰਹੇ ਨੇ। ਪਹਿਲਾਂ ਭੋਜਨ ਸੂਖਮ ਕੀਤਾ ਹੈ, ਅਖੀਰ ਭੋਜਨ ਤਿਆਗ ਕੇ ਕੱਖ ਦਾ ਫੁੱਲ ਛਕ ਲੈਂਦੇ ਹਨ। ਅਖੀਰ ਉਹ ਵੀ ਛੱਡ ਕੇ ਰੇਤ ਦੀ ਇੱਕ ਚੁਟਕੀ ਪਰ ਮੁੱਖ ਵਿੱਚ ਪਾਉਂਦੇ ਹਨ ਔਰ ਬੜੀ ਕਰੜੀ ਤਪੱਸਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਰਕੇ ਸੰਗਤ ਨੂੰ ਆਪਣੇ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਹਨ। ਇਹ ਪ੍ਰਸੰਗ ਪਿਛਲੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼। ਇਸ ਗ੍ਰੰਥ ਦਾ ਨਾਮ ਹੈ 50ਵਾਂ ਅਧਿਆਏ ਪ੍ਰਾਰੰਭ ਹੋ ਰਿਹਾ ਹੈ। ਮੰਗਲਾਚਰਨ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਿਦਾ ਕਿਦਾਰ ਸੁਧਾਰਨੋ ਤਜਨੋ ਸਰਬ ਵਿਕਾਰ। ਪਾਤਸ਼ਾਹ ਫਰਮਾਉਂਦੇ ਹਨ ਰਿਦਾ ਕਿਦਾਰ ਸੁਧਾਰਨ। ਮਹਾਕਵੀ ਜੀ ਦੱਸ ਰਹੇ ਨੇ ਕਿ ਆਪਣੇ ਇਸ ਹਿਰਦੇ ਨੂੰ ਖੇਤ ਸਮਝ ਕੇ ਇਸ ਖੇਤ ਨੂੰ ਸੁਧਾਰਨਾ ਹੈ। ਸੁਧਾਰਨਾ ਕਿਵੇਂ ਆ? ਜਿਵੇਂ ਖੇਤਾਂ ਦੇ ਵਿੱਚੋਂ ਜ਼ਿਮੀਂਦਾਰ ਖੇਤ ਵਾਹ ਕੇ ਘਾਹ ਬਾਹਰ ਕੱਢਦੇ ਆ, ਏਦਾਂ ਇਸ ਹਿਰਦੇ ਦੇ ਵਿੱਚੋਂ ਵਿਕਾਰਾਂ ਦਾ ਜਿਹੜਾ ਨਦੀਨ ਹੈ, ਘਾਹ ਹੈ, ਇਸ ਨੂੰ ਬਾਹਰ ਕੱਢਣਾ। ਭਾਵ ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਆਪਣੇ ਹਿਰਦੇ ਰੂਪੀ ਖੇਤ ਨੂੰ ਸੁਧਾਰਨਾ, ਚੰਗੀ ਤਰ੍ਹਾਂ ਵਾਹੁਣਾ ਹੈ। ਸਤਿਗੁਰ ਕਰੁਣਾ ਜਲ ਭਰੇ ਭਗਤ ਕ੍ਰਿਖੀ ਓਏ ਸਾਰੇ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਫਿਰ ਮੀਂਹ ਪਵੇਗਾ, ਜਲ ਪਵੇਗਾ ਇਸ ਹਿਰਦੇ ਤੇ, ਔਰ ਇਸ ਖੇਤੀ ਵਿੱਚ ਫਿਰ ਮਹਾਰਾਜ ਜੀ ਦੀ ਜਿਹੜੀ ਭਗਤੀ ਰੂਪੀ ਖੇਤੀ ਹੈ ਜ਼ਮੀਨ ਵਿੱਚ, ਉਹ ਭਗਤੀ ਰੂਪੀ ਖੇਤੀ ਫਿਰ ਉੱਗੇਗੀ, ਫਲੀਭੂਤ ਹੋਵੇਗੀ। ਜੋ ਪਈ ਅਸ ਸ਼੍ਰੀ ਪ੍ਰਭ ਨੇ ਤਪ ਬੋਠਾਨਾ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੜੀ ਭਾਰੀ ਤਪੱਸਿਆ ਕਰ ਰਹੇ ਹਨ। ਜੈ ਤੈ ਪਸਰਿਓ ਸੁਜਸ ਮਹਾਨਾ। ਪੂਰੇ ਸੰਸਾਰ ਭਰ ਵਿੱਚ ਹਰ ਜਗ੍ਹਾ ਤੇ ਹਰ ਥਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੁਜਸ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਤੇ ਮਹਿਮਾ ਪਸਰ ਰਹੀ ਹੈ। ਦੇਸ਼ ਵਿਦੇਸ਼ਨ ਘਰ ਘਰ ਮਾਈ। ਦੇਸ਼ਾਂ ਵਿਦੇਸ਼ਾਂ ਵਿੱਚ ਘਰ ਘਰ ਵਿੱਚ ਸਤਿਗੁਰਾਂ ਦੀ ਸਿਫਤ ਹੋ ਰਹੀ ਹੈ। ਸ਼੍ਰੀ ਨਾਨਕ ਪ੍ਰਾਹੀ। ਹਰ ਇੱਕ ਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਦਾ ਨਾਂ ਹੈ। ਹਰ ਘਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਹੈ। ਮਿਲੇ ਪਰਸਪਰ ਮਾਨਵ ਬ੍ਰਿੰਦਾ। ਬਹੁਤ ਸਾਰੇ ਲੋਕ ਆਪਸ ਵਿੱਚ ਮਿਲਦੇ ਹਨ ਭਾਵੇਂ ਦਰਸ਼ਨ ਹੀਤ ਮੁਕੰਦਾ। ਔਰ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਿਓਂ ਬੇਅੰਤ ਗੁਰੂ ਕੇ ਸਿੱਖ ਕਰਤਾਰਪੁਰ ਸਾਹਿਬ ਆਉਂਦੇ ਹਨ। ਕੀਤਕ ਦਰਸ ਕਰੇ ਕਰ ਜਾਈ। ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਦੀਦਾਰ ਕਰਕੇ, ਗੁਰੂ ਕੇ ਬਚਨ ਸੁਣ ਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਆਪਣੇ ਘਰਾਂ ਨੂੰ ਪਰਤਦੇ ਹਨ। ਕੀਤਕ ਰਹੇ ਪ੍ਰਭੂ ਕੇ ਪਾਈ। ਕਈ ਤਾਂ ਚਲੇ ਜਾਂਦੇ, ਕਈਆਂ ਕੋਲ ਸਮਾਂ ਹੈ ਖੁੱਲਾ, ਉਹ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ, ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਸੁਬਾਹ ਸ਼ਾਮ ਦੀਵਾਨ 'ਚ ਹਾਜ਼ਰੀਆਂ ਭਰਦੇ, ਭਜਨ ਕਰਦੇ, ਰੱਬ ਰੱਬ ਕਰਦੇ, ਮਹਾਰਾਜ ਜੀ ਦੀ ਸੰਗਤ ਦਾ ਨਿੱਘ ਮਾਣਦੇ ਹਨ। ਪੀਰ ਪੂਰ ਪੀਪੁਰ ਕਰਤਾਰਾ। ਕਰਤਾਰਪੁਰ ਸਾਹਿਬ ਸਤਿਗੁਰਾਂ ਦੀ ਨਗਰੀ 'ਚ ਬਹੁਤ ਵੱਡਾ ਭਾਰੀ ਇਕੱਠ ਹੋਣ ਲੱਗਾ ਸੰਗਤ ਦਾ। ਜਿਵੇਂ ਕਿਤੇ ਮੇਲਾ ਲੱਗਾ ਹੁੰਦਾ ਹੈ, ਏਦਾਂ ਜੋੜ ਮੇਲੇ ਹੋਣ ਲੱਗ ਪਏ। ਕਰਤਾਰਪੁਰ ਸਾਹਿਬ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ, ਇਤਨੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ। ਖਾਏ ਸਮੇਂ ਦੋਏ ਰੁਚਿਰ ਆਹਾਰਾ। ਲੰਗਰਾਂ ਵਿੱਚ ਲੰਗਰ ਦੋਵੇਂ ਵੇਲੇ ਚੱਲਦਾ,
ਔਰ ਬੜਾ ਸਵਾਦੀ ਭੋਜਨ ਪੱਕਦਾ ਹੈ। ਸਾਰੀ ਸੰਗਤ ਬੜੇ ਪਿਆਰ ਨਾਲ ਰਸ ਸਹਿਤ ਭੋਜਨ ਛਕਦੀ ਹੈ। ਹੋਏ ਅੰਨ ਕੀ ਤੋਟ ਨ ਕੋਈ। ਮਹਾਰਾਜ ਜੀ ਦੇ ਲੰਗਰਾਂ ਵਿੱਚ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆਉਂਦਾ, ਅੰਨ ਦੀ ਤੋਟਾ ਨਹੀਂ ਆਉਂਦੀ। ਰਹੇ ਜੋ ਦੇਗ ਅਚੇ ਸਭ ਕੋਈ। ਜਿਹੜਾ ਵੀ ਇੱਥੇ ਰਹਿੰਦਾ ਸਭ ਗੁਰੂ ਕੀਆਂ ਦੇਗਾਂ ਚੋਂ, ਗੁਰੂ ਕੀਆਂ ਲੰਗਰਾਂ ਚੋਂ ਦੇਗ ਛਕਦੇ ਨੇ, ਲੰਗਰ ਪ੍ਰਸ਼ਾਦਾ ਛਕਦੇ ਹਨ। ਦੋਹਰਾ ਦੇਸ਼ ਵਿਦੇਸ਼ਨ ਤੇ ਤਹਾਂ ਬਹੁ ਸੰਗਤ ਪੀ ਆਏ। ਦੇਸ਼ ਤੋਂ ਵਿਦੇਸ਼ਾਂ ਤੋਂ ਬਹੁਤ ਸੰਗਤ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ। ਅਪਰਮਾਨ ਗਿਣਤੀ ਨਾ ਕੋ ਦਰਸ਼ਨ ਕਰ ਅਰ ਖਾਏ। ਕਹਿੰਦੇ ਅਪਰਮਾਨ ਵੀ ਗਿਣਤੀ ਕੋਈ ਨਹੀਂ ਕਿੰਨੀ ਕੁ ਸੰਗਤ ਆ ਰਹੀ ਹੈ, ਔਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਭ ਨੂੰ ਖੁਸ਼ੀ ਤੇ ਖੇੜਾ ਪ੍ਰਾਪਤ ਹੋ ਰਿਹਾ ਹੈ। ਜੋ ਪਈ ਇਸ ਬਿਦ ਕੀਤਕ ਬਰਖ ਬਿਤਾਏ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕੁਝ ਸਾਲ ਸ੍ਰੀ ਕਰਤਾਰਪੁਰ ਸਾਹਿਬ ਬਤੀਤ ਕੀਤੇ। ਨਾਮ ਦਾਨ ਇਸ਼ਨਾਨ ਦ੍ਰਿੜਾਏ। ਇੱਥੇ ਰਹਿ ਕੇ ਆਈ ਹੋਈ ਸੰਗਤ ਨੂੰ ਨਾਮ, ਦਾਨ ਔਰ ਇਸ਼ਨਾਨ ਇਹ ਤਿੰਨੇ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਹਨ। ਖਾਲਸਾ ਜੀ, ਇਹਨਾਂ ਤਿੰਨਾਂ ਵਿੱਚ ਸਭ ਕੁਝ ਹੀ ਹੈ। ਨਾਮ, ਨਾਮ ਨਾਲ ਲੋਕ ਪਰਲੋਕ ਸੁਖੀਆ, ਨਾਮ ਦ੍ਰਿੜ ਕਰਾਉਂਦੇ ਹੈ। ਫਿਰ ਦਾਨ ਕਰਨ ਦੀ ਪ੍ਰਵਿਰਤੀ ਪੰਥ 'ਚ ਚਲਾਉਂਦੇ ਹਨ ਕਿ ਦਾਨ ਕਰਨਾ ਹੈ। ਪੁੰਨ ਦਾਨ ਕਾ ਕਰੇ ਸਰੀਰ। ਤੋ ਪੁੰਨ ਦਾਨ ਕਰਨ ਦੀ ਬਿਰਤੀ ਮਹਾਰਾਜ ਜੀ ਪੰਥ 'ਚ ਦ੍ਰਿੜ ਕਰਾਉਂਦੇ। ਦਾਨ ਉਹੀ ਕਰੇਗਾ ਨਾ ਜਿਹਦੇ ਕੋਲ ਕੁਝ ਹੋਵੇਗਾ, ਜਿਹਦੇ ਕੋਲ ਹੈ ਨਹੀਂ ਉਹ ਕਿਵੇਂ ਦਾਨ ਕਰੇਗਾ। ਇਸ ਕਰਕੇ ਦਾਨ 'ਚ ਸਭ ਕੁਝ ਆ ਜਾਂਦਾ। ਫਿਰ ਹੈ ਇਸ਼ਨਾਨ। ਇਸ਼ਨਾਨ ਦ੍ਰਿੜ ਕਰਾਉਂਦੇ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ, ਸਰੀਰ ਦੀ ਕਿਰਿਆ ਸੋਧਣੀ ਹੈ। ਇਸ਼ਨਾਨ ਉਹ ਕਰੇਗਾ ਜਿਹਦੇ ਕੋਲ ਤੰਦਰੁਸਤੀ ਹੋਵੇਗੀ। ਬਿਮਾਰ ਬੰਦਾ ਤਾਂ ਉੱਠ ਕੇ ਇਸ਼ਨਾਨ ਨਹੀਂ ਕਰ ਸਕਦਾ। ਤੋ ਨਾਮ, ਦਾਨ, ਇਸ਼ਨਾਨ ਇਹ ਸਤਿਗੁਰੂ ਜੀ ਆਈ ਹੋਈ ਸਾਰੀ ਸੰਗਤ ਨੂੰ ਦ੍ਰਿੜ ਕਰਾਉਂਦੇ ਹਨ। ਜੈ ਤੈ ਕੀਰਤਨ ਕੀ ਧੁਨ ਹੋਤੀ। ਜਿੱਥੇ ਕਿੱਥੇ ਸਤਿਗੁਰਾਂ ਦੀ ਬਾਣੀ ਦੇ ਕੀਰਤਨ ਦੀ ਧੁਨੀ ਹੋ ਰਹੀ। ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਜਿਤਨੀਆਂ ਸੰਗਤਾਂ ਦੇ ਡੇਰੇ ਨੇ, ਪੜਾ ਨੇ, ਸਭ ਕੀਰਤਨ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ। ਸੁਮਤ ਭਗਤ ਮੈਂ ਅਧਿਕ ਉਦੋਤੀ। ਸਭ ਵਿੱਚ ਸਦ ਬੁੱਧੀ, ਸੁਮਤ ਤੇ ਭਗਤੀ ਪ੍ਰਗਟ ਹੋ ਰਹੀ ਹੈ। ਜੈ ਜੈਕਾਰ ਕਰੇ ਚੌ ਫੇਰੇ। ਚਾਰੇ ਪਾਸੇ ਨਗਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਨੇ ਸਭ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਕਰਦੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਦਾ ਨਾਦ ਗੂੰਜਦਾ ਹੈ। ਹੋਏ ਸ਼ਬਦ ਅਭਿਆਸ ਕਨੇਰੇ। ਸਤਿਗੁਰਾਂ ਦੀ ਪਾਵਨ ਬਾਣੀ ਦਾ ਸ਼ਬਦ ਦਾ ਅਭਿਆਸ ਹੁੰਦਾ ਹੈ। ਪੁਨ ਸਿੱਖੀ ਪਰਖਨ ਮਨ ਠਾਨੀ। ਸਤਿਗੁਰੂ ਜੀ ਨੇ ਹੁਣ ਸੰਕਲਪ ਕੀਤਾ ਕਿ ਸੰਗਤ ਬਹੁਤ ਹੈ, ਸਿੱਖੀ ਬਹੁਤ ਪ੍ਰਗਟ ਹੋ ਗਈ ਹੈ। ਹੁਣ ਇਹਨਾਂ ਦੀ ਪਰਖ ਕਰੀਏ ਵੀ ਖਰੇ ਕਿੰਨੇ ਕੁਤਰਦੇ ਨੇ। ਸਿੱਖੀ ਵਿੱਚੋਂ ਆਪਣਾ ਆਪ ਪਰਖਣਾ ਸਤਿਗੁਰਾਂ ਨੇ ਕਿ ਕਿਹੜਾ ਇਸ ਪਰਖ ਵਿੱਚ ਖਰਾ ਉਤਰਦਾ, ਜਿਹਦੇ 'ਚ ਅਸੀਂ ਆਪਣੇ ਆਪ ਦੀ ਜੋਤ ਨੂੰ ਵਿਦਮਾਨ ਕਰਨਾ। ਉਹਦੇ ਲਈ ਸਿੱਖੀ ਪਰਖਣ ਦਾ ਠਾਠ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਜਿਆ ਹੈ। ਸੁਨੋ ਕਥਾ ਜਿਉ ਕੀਏ ਗੁਣ ਖਾਨੀ। ਜਿਵੇਂ ਗੁਣਾਂ ਦੀ ਖਾਨ ਸਤਿਗੁਰਾਂ ਨੇ ਸਿੱਖੀ ਪਰਖੀ ਹੈ। ਖਾਲਸਾ ਜੀ, ਉਹ ਕਥਾ ਆਪ ਜੀ ਹੁਣ ਸੁਣੋ। ਮਹਾਕਵੀ ਜੀ ਕਹਿੰਦੇ ਮੈਂ ਸੁਣਾਉਂਦਾ ਹਾਂ। ਬਰਜ ਦੀਨ ਕਹਿ ਕਰ ਨਰ ਸੋਈ। ਸਤਿਗੁਰੂ ਜੀ ਨੇ ਹੁਕਮ ਕਰਕੇ ਇਹ ਕੰਮ ਤੋਂ ਵਰਜ ਦਿੱਤਾ। ਕਿਸ ਤੋਂ ਵਰਜਿਆ ਦੱਸਦੇ ਨੇ। ਏਕ ਸਮੇਂ ਨਿਸ ਦਿਨ ਮੈਂ ਹੋਈ। ਮਹਾਰਾਜ ਜੀ ਕਹਿੰਦੇ 2 ਵੇਰੀ ਲੰਗਰ ਪੱਕਦਾ ਤੇ ਵਰਤਦਾ। ਹੁਕਮ ਕੀਤਾ ਲਾਂਗਰੀਆਂ ਨੂੰ ਕਿ ਹੁਣ ਇੱਕ ਵੇਲੇ ਲੰਗਰ ਪਕਾ ਕੇ ਵਰਤਾਉਣਾ। ਵੀ ਕਿਉਂਕਿ ਪਹਿਲਾਂ ਤਾਂ ਉਹ ਭੱਜਣਗੇ ਨਾ ਜਿਹੜੇ ਕੇਵਲ ਪ੍ਰਸ਼ਾਦੇ ਨਾਲ ਹੀ ਪਿਆਰ ਕਰਨ ਵਾਸਤੇ ਠਹਿਰੇ ਸੀ, ਜਿਨ੍ਹਾਂ ਨੂੰ ਕੇਵਲ ਲੰਗਰ ਪ੍ਰਸ਼ਾਦ ਹੀ ਚੰਗਾ ਲੱਗਦਾ। ਹੁਣ ਉਹ ਵੀ ਪਰਖਣੇ ਸੀ ਨਾ ਵੀ ਇੱਥੇ ਲੰਗਰ ਛਕਣ ਵਾਲੇ ਕਿੰਨੇ ਨੇ ਤੇ ਫਿਰ ਉਸ ਤੋਂ ਅੱਗੇ ਕਿੰਨੇ ਨੇ, ਫਿਰ ਉਸ ਤੋਂ ਅੱਗੇ ਕਿੰਨੇ ਨੇ। ਅਖੀਰ ਵਿੱਚ ਇਕੱਲੇ ਭਾਈ ਲਹਿਣਾ ਜੀ ਨਿਤਰੇ ਹਨ। ਇਸ ਕਰਕੇ ਹੁਣ ਪਰਖ ਹੋ ਰਹੀ ਹੈ। ਮਹਾਰਾਜ ਜੀ ਨੇ ਹੁਕਮ ਕੀਤਾ ਲਾਂਗਰੀਆਂ ਨੂੰ
ਕਿ ਹੁਣ ਇੱਕ ਵੇਲੇ ਲੰਗਰ ਪੱਕੇਗਾ। ਸਭ ਸਿੱਖਨ ਸੋ ਬਚਨੀ ਉਚਾਰਾ, ਸਾਰੇ ਸਿੱਖਾਂ ਨੂੰ ਹੁਕਮ ਕੀਤਾ। ਅਬ ਲਾਂਗਲ ਬਾਹੂ ਸੁਖਕਾਰਾ। ਮਹਾਰਾਜ ਜੀ ਨੇ ਆਖਿਆ ਭਾਈ ਏਦਾਂ ਵੇਲੇ ਨਹੀਂ ਬਹਿ ਰਹਿਣਾ ਕਿਸੇ ਨੇ, ਹਲ ਫੜੋ ਤੇ ਚੱਲ ਕੇ ਖੇਤਾਂ 'ਚ ਹਲ ਵਾਇਆ ਕਰੋ। ਜਿਹੜੇ ਉਹ ਪ੍ਰਸ਼ਾਦਾ ਛਕ ਕੇ ਚੰਗੀ ਤਰ੍ਹਾਂ ਡਕਾਰ ਮਾਰ ਕੇ ਮੁੜ ਕੇ ਪਏ ਰਹਿਣਾ, ਉਹ ਵੀ ਬਹੁਤ ਸਨ ਉੱਥੇ। ਮਹਾਰਾਜ ਜੀ ਨੇ ਆਖਿਆ ਏਦਾਂ ਨਹੀਂ ਭਾਈ, ਹੁਣ ਸੇਵਾ ਕਰੋ, ਹਲ ਫੜੋ ਤੇ ਖੇਤਾਂ ਵਿੱਚ ਚੱਲ ਕੇ ਹਲ ਵਾਹਵੋ। ਕ੍ਰਿਖੀ ਕਾਰ ਕਰੀਏ ਮਨ ਲਾਈ, ਔਰ ਮਨ ਲਾ ਕੇ ਖੇਤੀ ਦੀ ਸੇਵਾ ਕਰੋ। ਨਿਤ ਉਜਲ ਹੋਏ ਬੁੱਧ ਸਵਾਈ। ਜਦੋਂ ਸੇਵਾ ਕਰੋਗੇ ਤੁਹਾਡੀ ਮਤ ਉਜਲੀ ਹੋਵੇਗੀ, ਤੁਹਾਡੀ ਬੁੱਧ ਦੇ ਵਿੱਚ ਪ੍ਰਕਾਸ਼ ਹੋਵੇਗਾ ਸਤਿਬੁੱਧੀ ਦਾ। ਅਸ ਕੈ ਸਭ ਕੇ ਲੀਨ ਸੰਗਾਰੇ। ਏਦਾਂ ਸਤਿਗੁਰੂ ਜੀ ਨੇ ਕਹਿ ਕੇ ਸਾਰਿਆਂ ਨੂੰ ਨਾਲ ਲੈ ਲਿਆ। ਸਭ ਕਰਵਾਏ ਬਾਸੁਰ ਸਾਰੇ। ਮਹਾਰਾਜ ਜੀ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਾਉਂਦੇ, ਵਾਹੀ ਜ਼ਮੀਨ ਨੂੰ ਕਹਿੰਦੇ ਫਿਰ ਵਾਹੋ ਫਿਰ ਵਾਹੋ, ਬਾਰ-ਬਾਰ ਖੇਤ ਵਾਹ ਕੇ ਸ਼ੱਕਰ ਬਣਾ ਦਿੱਤੀ। ਜ਼ਮੀਨ ਆਲੇ ਦੁਆਲੇ ਪਾਤਸ਼ਾਹ ਦੇ ਪਾਸ ਬਹੁਤ ਸੀ, ਧੰਨ ਗੁਰੂ ਨਾਨਕ ਸਾਹਿਬ ਦੇ ਪਾਸ ਸਾਰਿਆਂ ਨੂੰ ਲਾਇਆ ਹੋਇਆ ਕਿ ਕਈਆਂ ਨੇ ਬੈਲ ਮਿਲੇ, ਕਈਆਂ ਨੂੰ ਆਪ ਹੀ ਬੈਲ ਬਣਾ ਕੇ ਅੱਗੇ ਲਾਇਆ ਵੀ ਚਲੋ ਹਲ ਖਿੱਚੋ। ਏਦਾਂ ਹਲ ਵਾਹ ਰਹੇ ਨੇ, ਖੇਤੀ ਕੀਤੀ ਜਾ ਰਹੀ ਹੈ। ਜਬ ਦੇਖੀ ਸਿੱਖ ਨੇ ਅਸ ਚਾਲੇ। ਜਦੋਂ ਸਿੱਖਾਂ ਨੇ ਮਹਾਰਾਜ ਜੀ ਦੀ ਇਹ ਖੇਡ ਵੇਖੀ, ਚਲੇ ਤਬੇ ਨਿਜ ਸਦਨ ਸੰਭਾਲੇ। ਉਹਨਾਂ ਵੇਖਿਆ ਵੀ ਲੰਗਰ ਵੀ ਇੱਕ ਟਾਈਮ, ਪਹਿਲਾਂ ਕਈ ਤਾਂ ਉਦੋਂ ਹੀ ਚਲੇ ਗਏ। ਉਹਨਾਂ ਆਖਿਆ ਵੀ ਜੇ ਇੱਕ ਟਾਈਮ ਲੰਗਰ ਛਕ ਕੇ ਇੱਥੇ ਵੀ ਆ ਕੇ ਹਾਲੀ ਵਾਹਣੇ ਨੇ ਤੇ ਫਿਰ ਆਪਣੇ ਘਰਾਂ 'ਚ ਜਾ ਕੇ ਵਾਹ ਲੈਨੇ, ਇੱਥੇ ਕੀ ਕਰਨਾ? ਇੱਥੇ ਤਾਂ ਸੁੱਖ ਲੈਣ ਆਏ ਸੀ, ਇੱਥੇ ਦਾ ਆਨੰਦ ਲੈਣ ਆਏ ਸੀ, ਇੱਥੇ ਵੀ ਹਲ ਵਾਹਣਾ ਪੈਣਾ ਤੇ ਘਰਾਂ ਨੂੰ ਟੁਰੀਏ। ਉਹਨਾਂ 'ਚੋਂ ਕਈ ਉਸੇ ਵੇਲੇ ਤਿਆਰੀ ਕੀਤੀ, ਮਹਾਰਾਜ ਜੀ ਨੂੰ ਮਿਲੇ ਬਿਨਾਂ ਹੀ ਬਾਹਰੋਂ ਹੀ ਪਰਿਕਰਮਾ ਕਰਕੇ ਵਿਦਾ ਹੋ ਕੇ ਚਲੇ ਗਏ। ਕੀਤਕ ਚਤਰ 5 ਦਿਨ ਰਹੇ। ਕਈਆਂ ਨੇ ਥੋੜਾ ਜਿਹਾ ਹੌਸਲਾ ਕੀਤਾ, ਉਹ 5-4 ਦਿਨ ਟਿਕੇ ਰਹੇ। ਕਈ ਤਾਂ ਪਹਿਲੇ ਦਿਨ ਹੀ ਸਵੇਰੇ ਹਲ ਵਾਇਆ, ਸ਼ਾਮ ਤੱਕ ਜਦੋਂ ਵਾਇਆ ਤੇ ਅਗਲੇ ਦਿਨ ਹੀ ਸਵੇਰ ਚੱਲ ਪਏ। ਕਈਆਂ ਨੇ 5-4 ਦਿਨ ਹੌਸਲਾ ਜਿਹਾ ਕੀਤਾ, ਧੀਰਜ ਰੱਖਿਆ ਤੇ ਲੱਗੇ ਰਹੇ। ਕਰੀ ਕ੍ਰਿਤ ਕਛ ਭੂਖੇ ਦਹੀਂ। ਔਰ ਭੁੱਖ ਲੱਗਦੀ ਹੈ ਤੇ ਇੱਕ ਟਾਈਮ ਪ੍ਰਸ਼ਾਦਾ ਮਿਲਦਾ, ਸ਼ਾਮ ਨੂੰ ਭੋਜਨ ਨਹੀਂ ਮਿਲਦਾ। ਲਾਂਗਲ ਤਿਆਗੇ ਲੀਨ ਵਿਦਾਈ। ਉਹਨਾਂ ਨੇ ਵੀ 5ਵੇਂ-6ਵੇਂ ਦਿਨ ਹਲ ਰੱਖੇ। ਸਤਿਗੁਰਾਂ ਨੂੰ ਕਹਿੰਦੇ ਚੰਗਾ ਮਹਾਰਾਜ ਜੀ ਸਾਨੂੰ ਆਗਿਆ ਦਿਓ, ਫਿਰ ਕਿਤੇ ਸਬੱਬ ਬਣਿਆ ਤੇ ਆ ਕੇ ਦਰਸ਼ਨ ਕਰਾਂਗੇ ਤੁਹਾਡੇ ਮਹਾਰਾਜ। ਉਹ ਵੀ ਵਿਦਾ ਹੋ ਕੇ ਸਤਿਗੁਰਾਂ ਕੋਲੋਂ ਟੁਰ ਪਏ। ਗਏ ਤਾਮ ਨਿਜ ਕਾਰ ਕਮਾਈ। ਤੇ ਆਪਣੇ ਆਪਣੇ ਘਰਾਂ 'ਚ ਗਏ, ਕਹਿੰਦੇ ਜੇ ਕੰਮ ਹੀ ਕਰਨਾ ਹਾਲੀ ਵਾਹੁਣਿਆ ਤੇ ਆਪਣੇ ਘਰਾਂ 'ਚ ਵਾਹੀਏ। ਅਰਦਕ ਗਏ ਅਰਦ ਜਬ ਰਹੇ। ਹੁਣ ਖੇੜੇ ਵਰਤੀ ਵੀ ਜਿੰਨੀ ਸੰਗਤ ਸੀ ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ 'ਚੋਂ ਤਕਰੀਬਨ ਅੱਧੇ ਕੁ ਤਾਂ ਸਿਮਟ ਕੇ ਚਲੇ ਗਏ, ਅੱਧੇ ਰਹਿ ਗਏ, ਅੱਧੇ ਚਲੇ ਗਏ। ਸਬਨ ਸੁਨਾਏ ਪ੍ਰਭੂ ਬਚ ਕਏ। ਹੁਣ ਸਤਿਗੁਰੂ ਜੀ ਨੇ ਵੇਖਿਆ ਵੀ ਜਿਹੜੇ ਤਾਂ ਸੀ ਕੱਲੇ ਲੰਗਰ ਦੇ ਪ੍ਰਸ਼ਾਦੇ ਦੇ ਪਿਆਰੇ, ਉਹ ਹੁਣ ਵਿਦਾ ਹੋ ਗਏ ਨੇ। ਹੁਣ ਥੋੜੇ ਜਿਹੇ ਅਗਲੇ ਪੜਾਅ ਵਾਲੇ ਰਹਿ ਗਏ ਨੇ, ਜਿਹੜੇ ਲੰਗਰ ਤੋਂ ਅਰੇ ਪਰੇ ਜਾ ਕੇ ਗੁਰੂ ਤੇ ਸ਼ਰਧਾ ਰੱਖਦੇ, ਵੀ ਕੱਲਾ ਲੰਗਰ ਪ੍ਰਸ਼ਾਦਾ ਨਹੀਂ। ਮਹਾਰਾਜ ਜੀ ਨੇ ਵੇਖ ਲਿਆ। ਦੁਤੀਏ ਦਿਵਸ ਅਸਨ ਕੋ ਕਰੀਏ। ਮਹਾਰਾਜ ਜੀ ਨੇ ਆਖਿਆ ਵੀ ਹੁਣ ਹੋਰ ਪਰਖੀਏ। ਲਾਂਗਰੀ ਨੂੰ ਆਖਿਆ ਸੱਜਣਾ ਇੱਕ ਟਾਈਮ ਲੰਗਰ ਪਕਾਉਣਾ, ਹੁਣ ਇੱਕ ਦਿਨ ਛੱਡ ਕੇ ਲੰਗਰ ਦੇਣਾ ਸਾਰਿਆਂ। ਪਹਿਲਾਂ 8 ਪਹਿਰੀ ਬਣ ਜਾਂਦਾ, 24 ਘੰਟਿਆਂ 'ਚ ਇੱਕ ਵਾਰੀ ਵਰਤਦਾ ਸੀ, ਹੁਣ 48 ਘੰਟਿਆਂ 'ਚ ਇੱਕ ਵਾਰੀ ਵਰਤਦਾ ਹੈ। ਬਾਹੋ ਖੇਤ ਸੰਕਟ ਪਰ ਹਰੀਏ। ਮਹਾਰਾਜ ਜੀ ਕਹਿੰਦੇ ਨਾਲੇ ਲੰਗਰ ਛਕੋ ਪਿਆਰਿਓ ਤੇ ਨਾਲੇ ਖੇਤਾਂ 'ਚ ਹਲ ਵਾਹੋ। ਜਿੰਨਾ ਹਲ ਵਾਹੋਗੇ ਓਨਾ ਹੀ ਸੰਕਟ ਦੂਰ ਹੋਵੇਗਾ ਤੁਹਾਡਾ। ਦਿਵਸ ਦਸਨ ਲੋ ਐਸ ਬਿਤਾਏ। 10 ਦਿਨ ਮਹਾਰਾਜ ਜੀ ਨੇ ਏਦਾਂ ਬਤੀਤ ਕੀਤੇ, 2 ਦਿਨ ਛੱਡ ਕੇ ਲੰਗਰ ਪੱਕਦਾ ਰਿਹਾ। ਸ਼ੁਦਾ ਕ੍ਰਿਤ ਤੇ ਉਰ ਅਕੁਲਾਏ। ਹੁਣ ਭੁੱਖ ਦੇ ਨਾਲ ਸਾਰੇ ਵਿਆਕੁਲ। ਉਧਰ ਖੇਤਾਂ 'ਚ ਹਲ ਵੀ ਵਾਹਣਾ ਪੈਂਦਾ, ਕਈ ਵਾਹਣੀ ਪੈਂਦੀ, ਹਲ ਵਾਹਣਾ ਪੈਂਦਾ, ਵੱਖੀਆਂ ਚੜ ਜਾਂਦੀਆਂ। ਉਸ ਵੇਲੇ ਭੁੱਖ ਦੇ ਨਾਲ ਡਾਢੀ ਭੁੱਖ, 2 ਦਿਨਾਂ ਬਾਅਦ ਪ੍ਰਸ਼ਾਦਾ ਮਿਲਦਾ, ਬੜੀ ਡਾਢੀ ਭੁੱਖ ਨਾਲ ਕਈ ਤੰਗ ਹੋਏ। ਦੋਹਰਾ ਗਏ ਸਦਨ ਕੋ ਸਿੱਖ ਬੋ
ਰਹੇ ਅਲਪ ਤੈ ਥਾਏ। ਉਹਨਾਂ ਵਿੱਚੋਂ ਵੀ ਅੱਧੇ ਕ ਸਿਮਟ ਗਏ, ਜਿਹੜੇ ਅੱਧਿਆਂ ਚੋਂ ਅੱਧੇ ਰਹਿ ਗਏ, ਅੱਧਿਆਂ ਚੋਂ ਫੇਰ ਅੱਧੇ ਰਹਿ ਗਏ। ਬਸ ਥੋੜੇ ਜਿਹੇ ਸਿੱਖ ਮਹਾਰਾਜ ਜੀ ਕੋਲ ਰਹਿ ਗਏ, ਬਾਕੀ ਤਕਰੀਬਨ ਜਿਹੜੇ ਸਾਨੂੰ ਵਿਦਾ ਹੋ ਕੇ ਚਲੇ ਗਏ। ਚਤਰ ਪੈਰ ਲਾਂਗਲ ਲੀਏ ਕ੍ਰਿਤ ਸੋ ਵੈਰ ਕਮਾਏ। ਜਿਹੜੇ ਰਹਿ ਗਏ ਹੁਣੇ ਹਠੀਏ ਨੇ, ਇਹ 4 ਪੈਰ ਲਗਾਤਾਰ ਸਾਰਾ ਦਿਨ ਹਲ ਲੈ ਕੇ ਖੇਤਾਂ 'ਚ ਹਲ ਵਾਹੁੰਦੇ ਨੇ। ਚੋਪਈ ਮਰਨ ਧਾਰ ਉਰ ਬੈਠੇ ਸੋਏ। ਉਹਨਾਂ ਨੇ ਮਰਨਾ ਧਾਰ ਲਿਆ ਵੀ ਭੁੱਖ ਨਾਲ ਮਾਰੀ ਜਾਵਾਂਗੇ ਨਾ, ਕੋਈ ਗੱਲ ਨਹੀਂ, ਪਰ ਛੱਡ ਕੇ ਨਹੀਂ ਜਾਣਾ ਸਤਿਗੁਰਾਂ ਦੀ ਸੇਵਾ। ਉਹ ਰਹਿ ਗਏ ਹੁਣ ਜਿਨ੍ਹਾਂ ਨੇ ਮਰਨਾ ਠਾਣ ਲਿਆ, ਕੋਈ ਗੱਲ ਨਹੀਂ, ਪ੍ਰਾਣ ਹੀ ਨਿਕਲਣਗੇ ਨਾ, ਘਟੋ ਘਟ ਮੁਕਤ ਤਾਂ ਹੋਵਾਂਗੇ, ਗੁਰੂ ਦੇ ਦੁਆਰ ਤੇ ਪ੍ਰਾਣ ਨਿਕਲਣਗੇ। ਜਾਏ ਨ ਕਬੋਂ ਕੈਸੇ ਹੋਏ। ਕਹਿੰਦੇ ਕੁਝ ਹੋ ਜੇ ਅਸੀਂ ਨਹੀਂ ਜਾਣਾ। ਅਤ ਛੁੱਧਤਾ ਪੁਨ ਕ੍ਰਿਤ ਕਮਾਵੇ। ਭੁੱਖ ਵੀ ਲੱਗਦੀ ਆ, 2 ਦਿਨਾਂ ਬਾਅਦ ਭੋਜਨ ਮਿਲਦਾ, ਪਰ ਫਿਰ ਵੀ ਸੇਵਾ ਕਰਦੇ ਹਨ। ਦੁਰਬਲ ਪਏ ਨ ਸਦਨ ਸਿਧਾਵੇ। ਸਰੀਰ ਦੁਰਬਲ ਹੋ ਗਏ, ਉਹਨਾਂ ਦੇ ਕਮਜ਼ੋਰ ਹੋ ਗਏ, ਪਰ ਉਹ ਘਰ ਨਹੀਂ ਮੁੜੇ। ਪ੍ਰਭ ਤਬ ਪਨਿਓ ਅਸਨ ਨਿਤ ਕੀਜੈ। ਮਹਾਰਾਜ ਜੀ ਨੇ ਵੇਖਿਆ ਵੀ ਇਹ ਹੁਣ ਪ੍ਰਸ਼ਾਦੇ ਵਾਲੇ ਨਹੀਂ ਰਹਿ ਗਏ, ਇਹ ਪ੍ਰਸ਼ਾਦੇ ਵਾਲੇ ਤੋਂ ਪਰੇ ਹਠੀਏ ਦੀ ਖੇਡ ਵਾਲੇ ਨੇ। ਹੁਕਮ ਕੀਤਾ ਲਾਂਗਰੀ ਨੂੰ ਵੀ 8 ਪੈਰ ਲੰਗਰ ਵਰਤਾਓ, ਹੁਣ ਫਿਰ ਲਗਾਤਾਰ ਨਿਰੰਤਰ ਭੋਜਨ ਚਲਾ ਦਿਓ। ਜਾਂ ਤੇ ਸਿੱਖ ਤ੍ਰਿਪਤੈ ਸੁਖ ਦੀਜੈ। ਜਿਹਦੇ ਨਾਲ ਸਾਰੇ ਸਿੱਖ ਭੋਜਨ ਛਕਣ ਤੇ ਤ੍ਰਿਪਤ ਹੋਣ ਤੇ ਸੁਖੀ ਹੋਵਣ। ਹੋਣ ਲਗਿਓ ਨਿਤ ਬੌਰ ਆਹਾਰਾ। ਫਿਰ ਪਹਿਲੇ ਵਾਂਗੂ ਮਹਾਰਾਜ ਜੀ ਦੇ ਅਟੁੱਟ ਲੰਗਰ ਵਰਤਣ ਲੱਗ ਪਏ। ਤ੍ਰਿਪਤੈ ਖਾਏ ਸੋ ਰੁਚि ਅਨੁਸਾਰਾ। ਰੁਚੀ ਅਨੁਸਾਰ ਸਾਰੇ ਭੋਜਨ ਛਕਦੇ ਤੇ ਤ੍ਰਿਪਤ ਹੁੰਦੇ, ਨਾਲੇ ਖੇਤਾਂ 'ਚ ਸੇਵਾ ਕਰਦੇ ਨੇ। ਸਗਰੇ ਦਿਵਸ ਕਰੇ ਕ੍ਰਿਖਕਾਰੀ। ਸਾਰਾ ਦਿਨ ਖੇਤੀ ਦਾ ਕੰਮਕਾਰ ਉਹ ਸਿੱਖ ਕਰਦੇ ਹਨ। ਭਏ ਖੇਤ ਹਰਿਆਵਲ ਭਾਰੀ। ਕਹਿੰਦੇ ਫਸਲ ਹਰੀ ਭਰੀ ਹੋ ਗਈ, ਬੜੀ ਸੁੰਦਰ। ਕਰ ਮਿਹਨਤ ਸਭ ਅੰਨ ਪਕਾਏ। ਮਿਹਨਤ ਕਰਕੇ ਨਾ ਸਿੱਖਾਂ ਨੇ ਫਸਲ ਪਕਾ ਲਈ, ਪੱਕ ਕੇ ਫਸਲ ਤਿਆਰ ਹੋ ਗਈ। ਗੁਰ ਸਮੀਪੇ ਅਸ ਬਚਨ ਅਲਾਏ। ਸਤਿਗੁਰੂ ਜੀ ਕੋਲ ਆ ਕੇ ਨਾ ਸਿੱਖਾਂ ਨੇ ਬੇਨਤੀ ਕੀਤੀ, ਕਿਰਪਾ ਤੁਮਾਰੀ ਤੇ ਕ੍ਰਿਖ ਪਾਕੀ। ਮਹਾਰਾਜ ਤੁਹਾਡੀ ਦਇਆ ਮਾਇਆ ਨਾਲ ਫਸਲ ਪੱਕ ਕੇ ਤਿਆਰ ਹੋ ਗਈ ਹੈ। ਅਬ ਕੈਸੇ ਹੈ ਆਇਸ ਤਾਂ ਕੀ। ਮਹਾਰਾਜ ਹੁਣ ਹੁਕਮ ਕਰੋ, ਹੁਣ ਕੀ ਆਗਿਆ ਹੈ। ਸਤਿਗੁਰ ਕਹਿਓ ਬਾੜ ਸਭ ਲੀਜੈ। ਮਹਾਰਾਜ ਜੀ ਕਹਿੰਦੇ ਭਾਈ ਹੁਣ ਫਸਲ ਨੂੰ ਵਾਢੀ ਪਾਓ, ਜੇ ਪੱਕ ਗਈ ਆ ਤਾਂ ਵੱਢ ਕੇ ਸਾਰੀ ਇਕੱਠੀ ਕਰੋ। ਮੈਂ ਗਾਹੋ ਖਲਵਾਰੇ ਕੀਜੈ। ਮਹਾਰਾਜ ਜੀ ਕਹਿੰਦੇ ਗਾਂਢ ਨਹੀਂ ਪਾਣਾ, ਫਸਲ ਕੱਢਣੀ ਨਹੀਂ, ਬਸ ਇਕੱਠੀ ਕਰਕੇ ਪੰਡਾਂ ਭਰ ਕੇ ਬੰਨ ਕੇ ਇੱਕ ਜਗ੍ਹਾ ਤੇ ਇਕੱਠੀ ਕਰਕੇ ਫਸਲ ਰੱਖ ਦਿਓ, ਖਲਵਾਰ ਕਰ ਦਿਓ। ਪਾਏ ਰਜਾਏ ਦਾਤ ਲੈ ਦਾਸਾ। ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਸੇਵਾਦਾਰਾਂ ਦਾਸਾਂ ਸਿੱਖਾਂ ਨੇ ਦਾਤਰੀਆਂ ਲਈਆਂ ਤੇ ਵਾਢੀ ਪਾਈ ਫਸਲ ਦੀ। ਲਾਗੇ ਲੁਲਨ ਜਹਾਂ ਕ੍ਰਿਖੀ ਰਾਸਾ। ਔਰ ਕਹਿੰਦੇ ਜਿੱਥੇ ਉਹ ਖੇਤੀ ਸੀ, ਫਸਲ ਸੀ, ਮਹਾਰਾਜ ਜੀ ਦਾ ਧਿਆਨ ਧਾਰ ਕੇ ਸਾਰੇ ਸੇਵਕ ਸਿੱਖ ਫਸਲ ਦੀ ਕਟਾਈ ਕਰ ਰਹੇ ਹਨ। ਬਾੜ ਬਾੜ ਕੇ ਖੇਤਨ ਸਾਰੇ। ਕਹਿੰਦੇ ਵੱਢ ਵੱਢ ਕੇ ਸਾਰੇ ਖੇਤ ਦੀ ਜਿਹੜੀ ਫਸਲ ਸੀ, ਲਾਏ ਅਧਿਕ ਉੱਚ ਖਲਵਾਰੇ। ਉੱਚੇ ਉੱਚੇ ਖਲਵਾਰੇ ਢੇਰ ਲਾ ਦਿੱਤੇ ਫਸਲ ਦੇ। ਔਰ ਗਏ ਸਿੱਖ ਗੁਰੂ ਅਗਾਰੀ। ਜਦੋਂ ਢੇਰ ਲਾ ਕੇ ਵੱਖਰੇ ਵੱਖਰੇ ਰੱਖ ਦਿੱਤੇ ਫਸਲ ਦੇ, ਤੇ ਫਿਰ ਸਿੱਖ ਮਹਾਰਾਜ ਜੀ ਦੇ ਕੋਲ ਚੱਲ ਕੇ ਆਏ। ਕਯੋ ਕਰੀ ਇਕੱਠੀ ਕ੍ਰਿਖ ਸਾਰੀ। ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਸਾਰੀ ਫਸਲ ਇਕੱਠੀ ਕਰ ਲਈ ਹੈ। ਲਾਗੇ ਅਧਿਕ ਉੱਚ ਅੰਬਾਰੇ। ਮਹਾਰਾਜ ਉੱਚੇ ਉੱਚੇ ਢੇਰ ਲੱਗ ਗਏ ਹਨ। ਅਬ ਰਜਾਏ ਰਾਵਰ ਅਨੁਸਾਰੇ। ਹੁਣ ਕੀ ਹੁਕਮ ਹੈ ਆਪ ਜੀ ਦਾ, ਹੁਣ ਕੀ ਆਗਿਆ ਹੈ। ਤੈ ਚਿਨ ਸੁਨ ਕੇ ਪ੍ਰਭੂ ਉਤੰਗੇ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਉੱਚਿਆਂ ਤੋਂ ਉੱਚੇ ਨੇ, ਗਰੀਬ ਨਵਾਜ ਪਾਤਸ਼ਾਹ ਬੋਲੇ, ਚਲੇ ਬਿਲੋਕਨ ਕੋ ਤਿਨ ਸੰਗੇ। ਕਹਿੰਦੇ ਚਲੋ ਚੱਲ ਕੇ ਵੇਖਦੇ ਆ। ਉਹਨਾਂ ਸਾਰਿਆਂ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਖੇਤ ਵਿੱਚ ਚੱਲ ਕੇ ਆਏ। ਉੱਚੇ ਜਹਾਂ ਅੰਬਾਰ ਲਗਾਏ। ਦੇਖਿਆ ਫਸਲ ਦੇ ਉੱਚੇ ਉੱਚੇ ਅੰਬਾਰ ਤੇ ਢੇਰ ਸਿੱਖਾਂ ਨੇ ਵਾਢੀ ਪਾ ਕੇ ਲਾਏ ਹੋਏ ਨੇ। ਆਂਡੇ ਆਨ ਭਏ ਤੈ ਥਾਏ। ਔਰ ਆ ਕੇ ਸਤਿਗੁਰੂ ਜੀ ਉਸ ਫਸਲ ਦੇ ਕੋਲ ਖਲੋ ਗਏ। ਹਰਖੇ ਦੇਖ ਤਿਨੇ ਸੁਖ ਸਦਨੰ। ਸੁੱਖਾਂ ਦੇ ਮਾਲਕ ਸਤਿਗੁਰੂ ਜੀ ਨੇ ਵੇਖਿਆ ਤੇ ਬੜੇ ਖੁਸ਼ ਹੋਏ ਵੀ ਫਸਲ ਬਹੁਤ ਵਧੀਆ ਹੋਈ। ਨਾਲੇ ਉਹਨਾਂ ਸਿੱਖਾਂ ਤੇ ਵੀ ਬੜੀ ਖੁਸ਼ੀ ਕੀਤੀ। ਸਾਧ ਸਾਧ ਉਚਰਿਓ ਸ਼੍ਰੀ ਬਦਨੰ। ਨਾਲੇ ਆਖਿਆ ਸ਼ਾਬਾਸ਼ ਹੈ ਸਿੱਖੋ,
ਸ਼ਾਬਾਸ਼ ਹੈ ਤੁਹਾਡੀ ਮਿਹਨਤ ਦੇ, ਇਹ ਮਿਹਨਤ ਸਫਲੀ ਹੋਈ ਆ ਤੁਹਾਡੀ। ਤੁਸਾਂ ਬੜੀ ਭਾਰੀ ਮਿਹਨਤ ਸੇਵਾ ਕੀਤੀ, ਫਸਲ ਬੜੀ ਵਧੀਆ ਹੋਈ, ਚੰਗਾ ਵਧੀਆ ਫਸਲ ਦਾ ਝਾੜ ਜਾਪਦਾ ਹੈ। ਤੁਮਰੀ ਕਾਲ ਪਈ ਸਭ ਥਾਈ। ਆਖਿਆ ਸਿੱਖੋ ਤੁਹਾਡੀ ਘਾਲਣਾ ਥਾਂ ਪੈ ਗਈ ਹੈ। ਤੁਸੀਂ ਜਿਹੜੀ ਘਾਲਣਾ ਘਾਲੀ ਹੈ, ਇਹ ਘਾਲੀ ਘਾਲਣਾ ਥਾਂ ਪੈ ਗਈ ਹੈ। ਜੋ ਗੁਰ ਕੇ ਹਿਤ ਕ੍ਰਿਤ ਕਮਾਈ। ਤੁਸੀਂ ਇਹ ਸਾਰੀ ਸੇਵਾ ਗੁਰੂ ਵਾਸਤੇ ਕੀਤੀ ਹੈ, ਗੁਰੂ ਨਿਮਿਤ ਜਾਣ ਕੇ ਸਾਰੀ ਸੇਵਾ ਟਹਿਲ ਕਮਾਈ ਹੈ। ਅਬ ਤੁਮ ਬਚਨ ਮਾਨੀਏ ਐਸੇ। ਸਿੱਖੋ ਤੁਹਾਡੀ ਸੇਵਾ ਸਫਲ ਹੋ ਗਈ ਹੈ। ਹੁਣ ਏਦਾਂ ਕਰੋ, ਸਾਡਾ ਬਚਨ ਮੰਨੋ, ਹੁਣ ਜੋ ਅਸੀਂ ਕਹਾਂਗੇ। ਹਿਰਦੇ ਤੁਮਾਰੇ ਲਾਗੇ ਜੈਸੇ। ਤੁਹਾਡੇ ਹਿਰਦੇ ਵਿੱਚ ਬਚਨ ਸਾਡਾ ਭਲਾ ਲੱਗੇ, ਇਉਂ ਬਚਨ ਅਸੀਂ ਕਰਨ ਲੱਗੇ ਆਂ। ਸਿੱਖ ਕਹਿਓ ਕਿਆ ਹਮਰੇ ਹਾਥਾ। ਸਿੱਖ ਕਹਿਣ ਲੱਗੇ ਮਹਾਰਾਜ ਜੀ ਸਾਡੇ ਹੱਥ ਕੀ ਹੈ, ਜਿਵੇਂ ਆਪ ਜੀ ਦਾ ਹੁਕਮ ਅਸੀਂ ਕਰਾਂਗੇ। ਚਲੇ ਆਪ ਕੇ ਬਚਨਨ ਸਾਥਾ। ਪਾਤਸ਼ਾਹ ਤੁਹਾਡੇ ਬਚਨਾਂ ਦੇ ਅਨੁਸਾਰ ਚੱਲਾਂਗੇ, ਜਿਵੇਂ ਆਪ ਜੀ ਫਰਮਾਓਗੇ, ਹੁਕਮ ਕਰੋਗੇ। ਦੋਹਰਾ ਸ਼੍ਰੀ ਨਾਨਕ ਪਾਖੀ ਤਬੇ ਸੁਨੋ ਬਚਨ ਦੇ ਕਾਨ। ਸਤਿਗੁਰੂ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਸਿੱਖੋ ਸੁਣੋ ਧਿਆਨ ਨਾਲ। ਇਹ ਲਾਲਚ ਕੇ ਕਰੇ ਤੇ ਨੇ ਆਵੇ ਕਛ ਪਾਨ। ਮਹਾਰਾਜ ਜੀ ਕਹਿੰਦੇ ਸਿੱਖੋ ਜਦੋਂ ਕੋਈ ਪਦਾਰਥ ਦਿਸੇ, ਢੇਰ ਨਜ਼ਰ ਆਉਣ, ਤੇ ਬੰਦਾ ਲਾਲਚ ਕਰੇ ਤੇ ਲਾਲਚ ਕੀਤਿਆਂ ਕੁਝ ਹੱਥ ਨਹੀਂ ਆਉਂਦਾ। ਮਹਾਰਾਜ ਜੀ ਕਹਿੰਦੇ ਕਦੇ ਕਿਸੇ ਵਸਤੂ ਦਾ ਅੰਬਾਰ ਵੇਖ ਕੇ, ਢੇਰ ਵੇਖ ਕੇ ਮਨ 'ਚ ਲੋਭ ਆ ਜਾਏ, ਉਸ ਲੋਭ ਦੇ ਕੀਤਿਆਂ, ਲਾਲਚ ਦੇ ਕੀਤਿਆਂ ਕੁਝ ਹੱਥ ਨਹੀਂ ਆਉਂਦਾ। ਜੋ ਪਈ ਲੀਜੇ ਪਾਵਕ ਫੂਕੋ ਸਾਰੀ। ਮਹਾਰਾਜ ਜੀ ਕਹਿੰਦੇ ਫਸਲ ਵੇਖ ਕੇ ਲੋਭ ਆਈ ਜਾਣਾ ਮਨ 'ਚ ਵੀ ਅਸੀਂ ਇਹ ਫਸਲ ਇਕੱਠੀ ਕਰ ਲਈ ਹੈ। ਏਦਾਂ ਕਰੋ ਵੀ ਹੁਣ ਇਹ ਤੁਹਾਡੀ ਸੇਵਾ ਹੋ ਗਈ ਸਫਲ, ਹੁਣ ਇਹ ਫਸਲ ਸਾਡੀ ਹੈ ਨਾ। ਕਹਿੰਦੇ ਹਾਂ ਮਹਾਰਾਜ ਜੀ ਆਪ ਜੀ ਦੀ ਹੈ। ਪਾਤਸ਼ਾਹ ਕਹਿੰਦੇ ਏਦਾਂ ਕਰੋ ਵੀ ਅੱਗ ਲਿਆ ਕੇ ਇਹਨੂੰ ਫੂਕ ਦਿਓ, ਇਹ ਜਿੰਨਾ ਢੇਰ ਲੱਗਾ ਫਸਲ ਦਾ ਇਹਨੂੰ ਅੱਗ ਲਾਓ ਤੇ ਅੱਗ ਲਾ ਕੇ ਇਹਨੂੰ ਸਾੜ ਦਿਓ। ਉਰ ਲਾਲਚ ਕੋ ਦਿਓ ਬਿਦਾਰੀ। ਮਨ ਦਾ ਲਾਲਚ ਛੱਡ ਦਿਓ। ਤਿਆਗ ਸਿਖਾ ਰਹੇ ਨੇ ਸਤਿਗੁਰੂ ਕਿ ਹਰਖ ਸੋਗ ਦੋਨਾਂ ਵਿੱਚ ਕਿਵੇਂ ਇੱਕ ਸਮਾਨ ਰਹੀਦਾ ਹੈ। ਮਹਾਰਾਜ ਜੀ ਕਹਿੰਦੇ ਲਾਲਚ ਦਾ ਤਿਆਗ ਕਰਕੇ ਇਹ ਸਾਰੀ ਫਸਲ ਸਾੜ ਦਿਓ। ਸੁਨ ਕੇ ਬਿਸਮਾ ਦੇ ਮਨ ਮਾਈ। ਸੁਣ ਕੇ ਇੱਕਦਮ ਉਹ ਸਿੱਖ ਬੜੇ ਹੈਰਾਨ ਹੋਏ। ਅੰਨ ਰਾਸ ਕਿਉਂ ਸਰਬ ਫੁਕਾਈ। ਮਹਾਰਾਜ ਜੀ ਇਹ ਅੰਨ ਹੈ, ਫਸਲ ਹੈ, ਇਹ ਤਾਂ ਅਰਦਾਸਾਂ ਕਰ ਕਰਕੇ ਘਰਾਂ ਵਿੱਚ ਲਿਆਈ ਦੀਆਂ ਨੇ ਫਸਲਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਹੁਣ ਸਾਰੀ ਕਿਵੇਂ ਫੂਕ ਦਈਏ। ਬੜੇ ਜ਼ੋਰ ਸੋ ਕੀਨ ਕਮਾਈ। ਮਹਾਰਾਜ ਬੜੀ ਮਿਹਨਤ ਕਰਕੇ, ਮਸ਼ੱਕਤ ਘਾਲ ਕੇ ਅਸੀਂ ਇਹ ਫਸਲ ਤਿਆਰ ਕੀਤੀ ਹੈ। ਪ੍ਰਤ ਪਾਰੀ ਬਹੁ ਸੰਕਟ ਪਾਈ। ਬੱਚਿਆਂ ਵਾਂਗੂ ਇਸ ਫਸਲ ਨੂੰ ਅਸੀਂ ਪਾਲਿਆ ਤੇ ਬੜੇ ਸੰਕਟ ਸਹਾਰੇ ਨੇ। ਹਮ ਤੇ ਫੂਕੀ ਜਾਏ ਨਾ ਕੇ। ਉਹਨਾਂ ਚੋਂ ਕਈਆਂ ਨੇ ਨਾ ਕਰ ਦਿੱਤੀ, ਕਹਿੰਦੇ ਨਾ ਮਹਾਰਾਜ ਅਸੀਂ ਨਹੀਂ ਇਹ ਫੂਕ ਸਕਦੇ ਫਸਲ। ਨਾਲੇ ਪਹਿਲਾਂ ਕਹਿੰਦੇ ਮਹਾਰਾਜ ਤੁਹਾਡੀ ਫਸਲ ਜਿਵੇਂ ਤੁਹਾਡੀ ਇੱਛਾ, ਪਰ ਫਿਰ ਵੀ ਮਮਤਾ ਆ ਗਈ ਵੀ ਇੰਨੀ ਵਧੀਆ ਫਸਲ ਅਸੀਂ ਮਿਹਨਤ ਕਰਕੇ ਲਿਆਂਦੀ ਹੈ ਤੇ ਅਸੀਂ ਕਿਵੇਂ ਸਾੜ ਦਈਏ। ਖਾਲਸਾ ਜੀ ਗੁਰੂ ਕਾ ਸਿੱਖ ਕਿਤਨੀ ਵੀ ਕੀਮਤੀ ਵਸਤ ਆਪਣੇ ਗੁਰੂ ਅੱਗੇ ਭੇਟ ਕਰੇ, ਭੇਟਾ ਤੋਂ ਬਾਅਦ ਆਖੇ ਮੈਂ ਬੜੀ ਮਿਹਨਤ ਕਰਕੇ ਵਸਤੂ ਲਿਆਂਦੀ ਹੈ ਤੇ ਇਹ ਹੁਣ ਗੁਰੂ ਸਾਹਿਬ ਨੂੰ ਮੈਂ ਭੇਟ ਕੀਤੀ ਹੈ, ਤੇ ਫਿਰ ਵੀ ਉਹਦੇ ਤੇ ਮਮਤਾ ਰੱਖੇ ਵੀ ਮੈਂ ਲਿਆਂਦੀ ਹੈ, ਫਿਰ ਉਸ ਸਿੱਖ ਦੀ ਭੇਟਾ ਗੁਰੂ ਚਰਨਾਂ 'ਚ ਪ੍ਰਵਾਨ ਨਹੀਂ ਹੋਈ, ਕਿਉਂਕਿ ਉਹਨੇ ਦਿੱਤੀ ਨਹੀਂ ਤੇ ਪ੍ਰਵਾਨ ਕਿਵੇਂ ਹੋਣੀ ਸੀ। ਦਿੱਤੀ ਹੁੰਦੀ ਤਾਂ ਫਿਰ ਗੁਰੂ ਨੂੰ ਭਾਵੇ ਉਹਨੂੰ ਰੱਖੇ ਤੇ ਭਾਵੇਂ ਸਾੜੇ, ਤੈਂ ਤਾਂ ਦੇ ਦਿੱਤੀ। ਜੇ ਤੂੰ ਹਾਲੇ ਵੀ ਕਹਿਣਾ ਵੀ ਮੈਂ ਬੜੀ ਮਿਹਨਤ ਕਰਕੇ ਪੱਖਾ ਲਵਾਇਆ ਸੀ ਗੁਰਦੁਆਰੇ, ਆਹ ਵੇਖੋ ਪ੍ਰਬੰਧਕਾਂ ਨੇ ਕੀ ਕੀਤਾ, ਮੈਂ ਵਧੀਆ ਰੁਮਾਲਾ ਲਿਆ ਕੇ ਦਿੱਤਾ, ਖਬਰੇ 10 ਸਾਲ ਪਹਿਲਾਂ ਲਿਆਇਆ ਸੀ, ਉਹ 5-5 ਸਾਲ ਪਹਿਲਾਂ ਭੇਟਾ ਕੀਤੇ ਰੁਮਾਲੇ ਤੇ ਚਾਨਣੀਆਂ ਵੀ ਆ ਪੁੱਛਦੇ ਆ ਕਿੱਥੇ ਨੇ ਜੀ। ਗੁਰੂ ਖਾਲਸਾ ਜੀ ਗੁਰੂ ਕੇ ਸਿੱਖ ਨੇ ਜਦੋਂ ਕੋਈ ਵਸਤ ਗੁਰੂ ਅੱਗੇ ਭੇਟ ਕਰ ਦਿੱਤੀ, ਗੁਰੂ ਨੂੰ ਰੱਖੇ ਭਾਵੇਂ ਸਾੜੇ। ਜੇ ਭੇਟਾ ਕਰ ਦਿੱਤੀ ਤੇ ਜੇ ਭੇਟਾ ਤੋਂ ਬਾਅਦ ਵੀ ਮਨ 'ਚ ਆ ਵੀ ਮੇਰੀ ਹੈ, ਤੇ ਫਿਰ ਗੁਰੂ ਕੀ ਖੁਸ਼ੀ ਕਿਵੇਂ ਮਿਲੇਗੀ ਜੇ ਰੱਖੀ ਆਪਣੇ ਕੋਲ ਹੀ ਹੈ, ਦਿੱਤੀ ਤਾਂ ਹੈ ਨਹੀਂ।
ਮਨ ਵਿੱਚ ਤਾਂ ਮਮਤਾ ਰੱਖੀ ਹੈ ਨਾ। ਉਹਨਾਂ ਵਿੱਚੋਂ ਕੁਝ ਇਹੋ ਜਿਹੇ ਸਨ ਇੱਥੇ ਵੀ, ਇਹਨਾਂ ਆਖਿਆ ਸਾਡੀ ਮਿਹਨਤ ਨਾਲ ਅਸੀਂ ਇਹ ਫਸਲ, ਖੇਤ ਗੁਰੂ ਦਾ, ਫਸਲ ਗੁਰੂ ਦੀ, ਤੁਸੀਂ ਸੇਵਾ ਕੀਤੀ। ਮਹਾਰਾਜ ਜੀ ਨੇ ਆਖਿਆ ਤੁਹਾਡੀ ਸੇਵਾ ਥਾਂ ਪੈ ਗਈ, ਫਲ ਵੀ ਦੇ ਦਿੱਤਾ। ਫਿਰ ਆਖੀ ਜਾਓ ਕਿ ਮਹਾਰਾਜ ਸਾਡੀ ਮਿਹਨਤ ਨਾਲ ਪਾਲੀ ਫਸਲ ਨੂੰ ਅਸੀਂ ਨਹੀਂ ਅੱਗ ਲਾਣੀ, ਫਿਰ ਤਾਂ ਯੋਗ ਨਹੀਂ ਸੀ ਨਾ। ਹਾਂਜੀ, ਹਟ ਕਰਾਏ ਕੇਤਕ ਕਹਿ ਇਹੀ, ਕਈ ਤਾਂ ਪਿੱਛੇ ਹੋ ਕੇ ਖਲੋ ਗਏ, ਕਹਿੰਦੇ ਜੀ ਅਸੀਂ ਨਹੀਂ ਅੱਗ ਲਾਣੀ। ਕਿਤਕ ਵਿਚਾਰਿਓ ਹਿਰਦੇ ਮਝਾਰਾ, ਪਰ ਕੁਝ ਕਾਂ ਨੇ ਵਿਚਾਰ ਕੀਤੀ ਆਪਣੇ ਅੰਦਰ, ਹਮ ਤੇ ਸ੍ਰੀ ਗੁਰ ਬਚੇ ਅਨੁਸਾਰਾ, ਕਹਿੰਦੇ ਅਸੀਂ ਤਾਂ ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਹੀ ਹਾਂ। ਆਨ ਲਾਭ ਚਾਹੀਏ ਨੇ ਦੇਖਾ, ਅਸੀਂ ਕੋਈ ਹਾਨੀ ਜਾਂ ਲਾਭ ਨਹੀਂ ਵੇਖਣਾ। ਆਇ ਸਮਾਨੇ ਏਹੀ ਵਿਸ਼ੇਖਾ, ਸਾਡੇ ਲਈ ਧਰਮ ਹੈ ਗੁਰੂ ਦਾ ਹੁਕਮ ਮੰਨਣਾ। ਅਸੀਂ ਇਹ ਨਹੀਂ ਵੇਖਣਾ ਇਹਦੇ ਚ ਹਾਨੀ ਹੋਵੇਗੀ, ਲਾਭ ਹੋਵੇਗਾ, ਨੁਕਸਾਨ ਹੋਵੇਗਾ, ਅਸੀਂ ਨਹੀਂ ਵੇਖਣਾ। ਸਾਡਾ ਕਰਤੱਵ ਹੈ ਕਿ ਗੁਰੂ ਨੇ ਹੁਕਮ ਕੀਤਾ, ਅਸੀਂ ਉਸ ਹੁਕਮ ਦੀ ਪਾਲਣਾ ਕਰਨੀ ਹੈ। ਲੈ ਪਾਵਕ ਤਿੰਨ ਤੁਰਤ ਲਗਾਈ, ਉਹਨਾਂ ਨੇ ਝੱਟ ਅੱਗ ਦਾ ਲਾਂਬੂ ਫੜਿਆ, ਜਿੰਨੀ ਫਸਲ ਸੀ ਜਾ ਕੇ ਅੱਗ ਲਾ ਦਿੱਤੀ। ਸੂਕੀ ਹੁਤੀ ਭਈ ਜਰ ਛਾਈ, ਹੁਣ ਸੁੱਕੀ ਫਸਲ ਸੀ, ਪਲਾਂ ਦੇ ਵਿੱਚ ਹੀ ਸਾਰੀ ਸੜ ਕੇ ਸਵਾਹ ਹੋ ਗਈ। ਇਸ ਬਿਦ ਪਿਕ ਕਹਿ ਸਭ ਬਿਸਮਾਨੇ, ਸਭ ਨੇ ਵੇਖਿਆ ਤੇ ਵੇਖ ਕੇ ਬਹੁਤੇ ਹੈਰਾਨ ਹੋਏ। ਗੁਰ ਕੀ ਗਤ ਕਛ ਜਾਏ ਨ ਜਾਣੇ, ਸਤਿਗੁਰਾਂ ਦੇ ਅੰਦਰ ਦੀ ਖੇਡ ਨਹੀਂ ਕੋਈ ਜਾਣ ਸਕਦਾ। ਪਦ ਪੰਕਜ ਕੋ ਬੰਧਨ ਕਰਈ, ਹੁਣ ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਵੀ ਕੁਝ ਕੁ ਚਲੇ ਗਏ, ਫਿਰ ਥੋੜੇ ਹੋਰ ਸੂਖਮ ਰਹਿ ਗਏ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕਰਦੇ ਨੇ, ਮੁਕਤੇ ਜੈ ਜੈ ਸ਼ਬਦ ਉਚਰਈ, ਔਰ ਆਪਣੇ ਮੁਖੋਂ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਹਨ। ਚਲ ਆਏ ਪੁਨਪੁਰ ਕਰਤਾਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਹਰੋਂ ਖੇਤਾਂ ਚੋਂ ਚੱਲ ਕੇ ਨਗਰ ਵਾਪਸ ਆਏ। ਕਹਿੰਦੇ ਹੋਵੇ ਸ਼ਬਦ ਵਿਚਾਰਾ, ਜਿੱਥੇ ਕਿੱਥੇ ਮਹਾਰਾਜ ਜੀ ਦੇ ਦਰਬਾਰ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਨੇ, ਸ਼ਬਦ ਵਿਚਾਰ ਹੋ ਰਹੀ ਹੈ। ਕਿਤਕ ਕਾਲ ਜਬ ਬਿਤਿਓ ਬਹੋਰੀ, ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ। ਕੀਨ ਅਰੰਭਨ ਸਾੰਗ ਸੋਰੀ, ਸਤਿਗੁਰੂ ਜੀ ਨੇ ਇੱਕ ਹੋਰ ਸਾਂਗ ਆਰੰਭਿਆ, ਮਹਾਰਾਜ ਜੀ ਨੇ ਕੌਤਕ ਰਚਿਆ। ਇੱਕ ਦਿਨ ਛੁਰਾ ਬਾਂਧ ਕਟ ਸੰਗਾ, ਪਾਤਸ਼ਾਹ ਨੇ ਕੀ ਕੀਤਾ, ਆਪਣੀ ਲੱਕ ਨਾਲ ਰੱਸੇ ਨਾਲ ਨਾ ਇੱਕ ਛੁਰਾ ਬੰਨ ਲਿਆ ਕਮਰ ਕੱਸੇ ਵਿੱਚ। ਧਾਨਕ ਰੂਪ ਤਰਿਓ ਸਰਬੰਗਾ, ਧਾਨਕ ਰੂਪ ਇੱਕ ਸ਼ਿਕਾਰੀ ਦੀ ਨੀਚ ਜਾਤ ਵਾਲਾ ਸ਼ਿਕਾਰੀ ਹੁੰਦਾ ਧਾਨਕ, ਉਦਾਂ ਦਾ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾ ਲਿਆ। ਅਨਕ ਸ਼ੂਕਰੀ ਆਗੇ ਕੀਨੇ, ਔਰ ਕਈ ਸੂਰ ਮਹਾਰਾਜ ਜੀ ਨੇ ਆਪਣੇ ਅੱਗੇ ਲਾ ਲਏ। ਊਕਰ ਕਿਤਕ ਪਿਛਾਰੀ ਲੀਨੇ, ਕੁਝ ਸ਼ਿਕਾਰੀ ਕੁੱਤੇ ਮਹਾਰਾਜ ਜੀ ਨੇ ਆਪਣੇ ਪਿੱਛੇ ਪਿੱਛੇ ਲੈ ਲਏ। ਉਰਤੇ ਨਿਕਸ ਵੈਰ ਪੇ ਠਾਂਡੇ, ਅੱਗੇ ਸੂਰ ਲਾ ਲਏ, ਪਿੱਛੇ ਕੁੱਤੇ, ਵਿਚਕਾਰ ਆਪ, ਤੇ ਰੱਸੇ ਦੇ ਨਾਲ ਕਮਰ ਕੱਸੇ ਦੇ ਵਿੱਚ ਸਤਿਗੁਰਾਂ ਇੱਕ ਛੁਰਾ ਬੱਧਾ ਹੋਇਆ, ਹੱਥ 'ਚ ਸੋਟਾ ਫੜਿਆ ਹੋਇਆ, ਔਰ ਪਾਤਸ਼ਾਹ ਸ਼ਿਕਾਰੀ ਦਾ ਧਾਨਕ ਦਾ ਰੂਪ ਬਣਾ ਕੇ ਜਾ ਰਹੇ ਹਨ। ਸਿੱਖਨ ਦੇਖ ਬਿਸਮਤਾ ਬਾਡੇ, ਸਿੱਖ ਬੈਠਿਆਂ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਇੱਕਦਮ ਹੈਰਾਨ ਹੋਏ। ਰਹੀ ਨ ਸ਼ਰਦਾ ਅਧਿਕ ਡੁਲਾਏ, ਕਈਆਂ ਦੇ ਮਨ 'ਚ ਉਦੋਂ ਸ਼ਰਧਾ ਡੋਲ ਗਈ ਜਦੋਂ ਮਹਾਰਾਜ ਜੀ ਦਾ ਇਹੋ ਜਿਹਾ ਸਵਾਂਗ ਵੇਖਿਆ। ਕਈਆਂ ਦੇ ਮਨ ਉਦੋਂ ਭਰਮ ਗਏ, ਉਹਨਾਂ ਦੇ ਮਨ 'ਚ ਸ਼ਰਧਾ ਨਹੀਂ ਰਹੀ। ਪੌਣ ਜ਼ੋਰ ਜਿਉ ਬਿਟ ਪਹਿਲਾਏ, ਜਿਵੇਂ ਹਵਾ ਦੇ ਜ਼ੋਰ ਨਾਲ ਦਰਖਤ ਹਿੱਲਦੇ ਆ ਨਾ ਤੇ ਪੱਤੇ ਹਿੱਲ ਜਾਂਦੇ ਨੇ, ਤਜਿਓ ਸੰਗਪੁਰ ਬੈਠੇ ਆਈ। ਏਦਾਂ ਕਈਆਂ ਨੇ ਮਹਾਰਾਜ ਜੀ ਦਾ ਸੰਗ ਛੱਡਿਆ ਤੇ ਵਾਪਸ ਆ ਗਏ ਨਗਰ ਵਿੱਚ। ਆ ਕੇ ਨਾ ਜਿੱਥੇ ਬੈਠਦੇ ਹੁੰਦੇ ਆ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸੱਥ ਜੀ ਬਣਾ ਕੇ, ਉੱਥੇ ਆ ਕੇ ਬੈਠ ਗਏ। ਮਿਲੇ ਪਰਸ ਪਰ ਗਿਰਾ ਅਲਾਈ, ਆਪਸ ਵਿੱਚ ਮਿਲ ਕੇ ਉਹ ਸਿੱਖ ਗੱਲਾਂ ਕਰਦੇ ਨੇ। ਸ੍ਰੀ ਗੁਰ ਤੋਂ ਅਬ ਭਏ دیਵਾਨੇ, ਕਹਿਣ ਲੱਗੇ, ਕਈ ਕਹਿੰਦੇ ਕਿ ਗੁਰੂ ਸਾਹਿਬ ਦੀ ਉਮਰ 17 ਦੀ ਹੋ ਗਈ ਹੈ, ਹੁਣ ਉਹ ਦੀਵਾਨੇ ਮਸਤਾਨੇ ਹੋ ਗਏ ਨੇ, ਉਹਨਾਂ ਦੇ ਤੌਰ ਤਰੀਕੇ ਹੀ ਵੱਖਰੇ ਆ। ਕੁਝ ਦਿਨ ਪਹਿਲਾਂ ਫਸਲ ਸਾੜ ਦਿੱਤੀ, ਅਸੀਂ ਆਖਿਆ ਚਲੋ ਉਹਨਾਂ ਦੀ ਖੇਡ, ਪਰ ਅੱਜ ਤਾਂ ਹੋਰ ਹੀ ਰੰਗ, ਧਾਨਕ ਦਾ ਰੂਪ ਬਣਾ ਲਿਆ, ਸੂਰੀਆਂ ਅੱਗੇ ਲਾਈਆਂ ਨੇ, ਕੁੱਤੇ ਨਾਲ ਲਏ ਹੋਏ ਨੇ, ਛੁਰਾ ਲੱਕ ਨਾਲ ਬੱਧਾ ਹੈ, ਇਹ ਕਿੱਦਾਂ ਦਾ ਰੂਪ ਬਣਾ ਲਿਆ ਵੇਖੋ ਜੀ। ਏਦਾਂ ਉਹ ਕਈ ਗੱਲਾਂ ਕਰਨ ਲੱਗ ਪਏ। ਕਰਨ ਕੁਕਰਮ ਜੇ ਅਸਮਨ ਠਾਨੇ, ਔਰ ਕਹਿੰਦੇ ਵੇਖੋ ਜੀ ਗੁਰੂ ਸਾਹਿਬ ਕਿੱਦਾਂ ਦਾ, ਵੀ ਗੁਰੂਆਂ ਦਾ ਕੰਮ ਥੋੜੀ ਆ ਜਾ ਕੇ ਸ਼ਿਕਾਰ ਖੇਡਣਾ, ਜਾਨਵਰਾਂ ਨੂੰ ਮਾਰਨਾ।
ਇਹ ਤਾਂ ਗੁਰੂਆਂ ਪੀਰਾਂ ਦਾ ਕੰਮ ਨਹੀਂ ਹੁੰਦਾ। ਰਹਿਨ ਸੰਗ ਕਿਉ ਹੋਨੈ ਬਨਈ, ਇਹਨਾਂ ਨਾਲ ਨਹੀਂ ਸਾਡਾ ਰਹਿਣਾ ਬਣਦਾ ਜੀ। ਹੁਣ ਨਹੀਂ ਆਪਾਂ ਇਹਨਾਂ ਕੋਲ ਰਹਿ ਸਕਦੇ। ਅਟਪਟ ਬਚਨ ਬਦਨ ਤੇ ਪਨਈ, ਇਹ ਤਾਂ ਅਟਪਟੇ ਬੋਲ ਲੋਕ ਬੋਲਣ ਲੱਗ ਪਏ ਮੂੰਹੋਂ। ਕਰੂਰ ਸਰੂਪ ਨ ਦੇਖਿਓ ਜਾਈ, ਸਤਿਗੁਰਾਂ ਦਾ ਸਵਰੂਪ ਇਤਨਾ ਡਰਾਵਣਾ ਨਜ਼ਰ ਆ ਰਿਹਾ ਇਹਨਾਂ ਨੂੰ, ਔਰ ਉਹ ਸਤਿਗੁਰਾਂ ਦਾ ਪ੍ਰਤਾਪ ਇਹਨਾਂ ਕੋਲੋਂ ਵੇਖਿਆ ਨਹੀਂ ਜਾਂਦਾ। ਸੂਕਰ ਕੂਕਰ ਨਿਜ ਸੰਗ ਲਾਈ, ਸੂਰ ਤੇ ਕੁੱਤੇ ਮਹਾਰਾਜ ਜੀ ਨੇ ਆਪਣੇ ਨਾਲ ਲਾਏ ਹੋਏ ਨੇ। ਇਕ ਲੈਣੇ ਨੇ ਤਿਆਗਿਓ ਸਾਥਾ, ਇੱਕ ਭਾਈ ਲਹਿਣਾ ਜੀ ਨੇ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ। ਨਿਕਟ ਠਾਂਡ ਪਾ ਜੋਰੇ ਹਾਥਾ, ਸਤਿਗੁਰਾਂ ਦੇ ਕੋਲ ਖਲੋ ਕੇ ਭਾਈ ਲਹਿਣਾ ਜੀ ਨੇ ਹੱਥ ਜੋੜੇ। ਤਨ ਮਨ ਤਨ ਨਿਰਮਾਇਲ ਕੀਨਾ, ਔਰ ਆਪਣਾ ਤਨ ਮਨ ਧਨ ਸਭ ਨਿਰਮਲ ਕਰ ਲਿਆ ਭਾਈ ਲਹਿਣਾ ਜੀ ਨੇ। ਕੈਸੇ ਹਟੇ ਸਮਰਪ ਜਦੀਨਾ, ਜਦੋਂ ਸਭ ਕੁਝ ਗੁਰੂ ਨੂੰ ਹੀ ਭੇਟ ਕਰ ਦਿੱਤਾ ਤੇ ਹੁਣ ਭਾਈ ਲਹਿਣਾ ਜੀ ਵਾਪਸ ਕਿਵੇਂ ਪਰਤਣ? ਜਦੋਂ ਭੇਟ ਹੀ ਗੁਰੂ ਅੱਗੇ ਕਰ ਦਿੱਤਾ ਸਭ ਕੁਝ ਤੇ ਵਾਪਸ ਕਿਵੇਂ ਜਾਣ? ਸ਼੍ਰੀ ਸਤਿਗੁਰ ਮੁਖ ਤੈ ਛਿਨ ਮਾਈ, ਭਾਈ ਲਹਿਣਾ ਜੀ ਇਕੱਲੇ ਹੀ ਰਹਿ ਗਏ ਤੇ ਗੁਰੂ ਨਾਨਕ ਸਾਹਿਬ ਨੇ ਵੇਖਿਆ। ਸ਼ਬਦ ਉਚਾਰਨ ਕੀਨ ਤਾਈ, ਪਾਤਸ਼ਾਹ ਨੇ ਉਸ ਵੇਲੇ ਆਪਣੇ ਮੁਖਾਰ ਬਿੰਦ ਚੋਂ ਇੱਕ ਪਵਿੱਤਰ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕ ਸਵਾਨ ਦੋਏ ਸਵਾਨੀ ਨਾਲ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਵਿਆ ਉਚਾਰਿਆ। ਚੌਥੇ ਘਰ ਸੁਰ ਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮਹਾਰਾਜ ਜੀ ਫਰਮਾਉਂਦੇ ਏਕ ਸਵਾਨ ਦੋਏ ਸਵਾਨੀ ਨਾਲ। ਆਪਣਾ ਸਵਰੂਪ ਸ਼ਿਕਾਰੀ ਦਾ ਦੱਸਦੇ ਆ, ਸਾਡੀ ਬਿਰਤੀ ਦੱਸਦੇ ਆ ਕਿ ਅਸੀਂ ਸਭ ਸ਼ਿਕਾਰੀ ਆ, ਧਾਨਕ ਆ। ਤੇ ਸਾਡੇ ਨਾਲ ਇੱਕ ਕੁੱਤਾ ਤੇ ਦੋ ਕੁੱਤੀਆਂ ਹਮੇਸ਼ਾ ਰਹਿੰਦੀਆਂ। ਸਵਾਨੀ ਕਹਿੰਦੇ ਨੇ ਕੁੱਤੀ ਨੂੰ, ਸਵਾਨ ਕਹਿੰਦੇ ਪੁਲਿੰਗ ਸ਼ਬਦ ਕੁੱਤੇ ਨੂੰ। ਇੱਕ ਕੁੱਤਾ ਤੇ ਦੋ ਕੁੱਤੀਆਂ ਮਹਾਰਾਜ ਜੀ ਕਹਿੰਦੇ ਇਸ ਸ਼ਿਕਾਰੀ ਬੰਦੇ ਨਾਲ ਹਰ ਵੇਲੇ ਰਹਿੰਦੀਆਂ। ਕੁੱਤਾ ਕਿਹੜਾ? ਲੋਭ। ਏਕ ਸਵਾਨ, ਲੋਭ ਰੂਪੀ ਕੁੱਤਾ। ਗੁਰਬਾਣੀ ਚ ਪਾਤਸ਼ਾਹ ਨੇ ਲੋਭ ਨੂੰ ਕੁੱਤਾ ਲਿਖਿਆ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਲੋਭ ਰੂਪੀ ਕੁੱਤਾ ਹੈ। ਤ੍ਰਿਸ਼ਨਾ ਤੇ ਆਸਾ ਰੂਪੀ ਦੋ ਕੁੱਤੀਆਂ ਹਨ। ਤ੍ਰਿਸ਼ਨਾ ਤੇ ਆਸਾ, ਇਹ ਦੋ ਕੁੱਤੀਆਂ ਹਨ ਜਿਹੜੀਆਂ ਇਸ ਮਨੁੱਖ ਨਾਲ, ਜੀਵ ਨਾਲ ਰਹਿ ਰਹੀਆਂ ਹਨ। ਭਲਕੇ ਭੌਂਕੇ ਸਦਾ ਬਿਆਲ, ਕਹਿੰਦੇ ਹਾਲੇ ਦਿਨ ਨਹੀਂ ਚੜਦਾ, ਲੋ ਨਹੀਂ ਲੱਗਦੀ, ਮਾੜੀ ਜੀ ਅੱਖ ਖੁੱਲਦੀ ਹੈ ਤੇ ਸਵੇਰੇ ਹੀ ਉੱਠਦਿਆਂ ਸਾਰੀ ਕਹਿੰਦੇ ਇਹ ਭੌਂਕਣਾ ਸ਼ੁਰੂ ਕਰ ਦਿੰਦੇ ਆ। ਲੋਭ ਰੂਪੀ ਕੁੱਤਾ, ਆਸਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ, ਇਹ ਭੌਂਕਣਾ ਸ਼ੁਰੂ ਕਰ ਦਿੰਦੇ ਸਵੇਰੇ ਹੀ। ਆ ਮੁਹਾਰੇ ਦਿਨ ਨਹੀਂ ਚੜਦਾ, ਹਲੇ ਅੱਖ ਖੁੱਲਦੀ ਬਾਅਦ ਵਿੱਚ ਹੈ, ਸੋਝੀ ਜੀ ਬਾਅਦ ਵਿੱਚ ਆਉਂਦੀ ਹੈ, ਇਹ ਭੌਂਕਣਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ। ਮਨ 'ਚ ਆ ਵੀ ਮਿਲ ਜਾਏ, ਇਹ ਵੀ ਆਸਾ, ਇਹ ਵੀ ਤ੍ਰਿਸ਼ਨਾ, ਕਹਿੰਦੇ ਇਉਂ ਇਹ ਨਾਲ ਭੌਂਕਦੇ ਹਨ। ਕੂੜ ਛੁਰਾ ਮੁੱਠਾ ਮਰਦਾਰ, ਝੂਠ ਰੂਪੀ ਛੁਰਾ ਬੰਨਿਆ ਹੋਇਆ ਲੱਕ ਨਾਲ ਹਰ ਇੱਕ ਨੇ। ਝੂਠ ਕੂੜ ਛੁਰਾ, ਝੂਠ ਰੂਪੀ ਛੁਰਾ ਹੱਥ 'ਚ ਫੜਿਆ ਬੰਦੇ ਨੇ, ਕਲਯੁਗ ਦੇ ਸ਼ਿਕਾਰੀ ਨੇ। ਔਰ ਜਿੱਥੇ ਝੂਠ ਰੂਪੀ ਛੁਰਾ ਹੈ, ਮੁੱਠਾ ਮੁਰਦਾਰ, ਲੋਕਾਂ ਨੂੰ ਠੱਗ ਕੇ ਖਾਣ ਦੀ ਬਿਰਤੀ, ਇਹ ਮੁਰਦਾ ਖਾ ਰਿਹਾ ਸ਼ਿਕਾਰੀ ਬਣ ਕੇ। ਇਹ ਨਿਤ ਮੁਰਦਾ ਖਾ ਰਿਹਾ ਜਿਹੜਾ ਲੋਕਾਂ ਨੂੰ ਠੱਗਦਾ ਹੈ। ਤਾਣਕ ਰੂਪ ਰਹਾ ਕਰਤਾਰ, ਇਹ ਕਰਤਾਰ ਏਦਾਂ ਇਹ ਜੀਵ ਸ਼ਿਕਾਰੀ ਦਾ ਰੂਪ ਹੋਇਆ ਫਿਰਦਾ। ਏਦਾਂ ਇਹ ਜੀਵ ਧਾਨਕ ਬਣਿਆ, ਸ਼ਿਕਾਰੀ ਬਣਿਆ ਹੋਇਆ। ਮੈਂ ਪੱਤ ਕੀ ਪੰਦ ਨ ਕਰਨੀ ਕੀ ਕਾਰ, ਪ੍ਰਭੂ ਨਾ ਤਾਂ ਮੈਨੂੰ ਇੱਜ਼ਤ ਵਾਲੇ ਰਾਹ ਦਾ ਪਤਾ ਹੈ ਤੇ ਨਾ ਮੇਰੇ ਕੋਲ ਕੋਈ ਚੰਗੀ ਕਰਨੀ ਆ। ਮੈਂ ਕੰਮ ਵੀ ਚੰਗੇ ਨਹੀਂ ਕਰਦਾ ਤੇ ਕੋਈ ਇੱਜ਼ਤ ਵਾਲੇ ਪ੍ਰਤਿਸ਼ਠਾ ਵਾਲੇ ਕੰਮ ਵੀ ਮੇਰੇ ਨਹੀਂ ਹਨ। ਹੋਂ ਬਿਗੜੇ ਰੂਪ ਰਹਾ ਬਿਕਰਾਲ, ਪ੍ਰਭੂ ਮੇਰਾ ਵਿਗੜ ਰੂਪ ਹੋ ਰਿਹਾ, ਜਿਵੇਂ ਕਹਿੰਦੇ ਵਿਗੜ ਰੂਪ ਹੋ ਰਿਹਾ। ਹੇ ਪ੍ਰਭੂ ਮੈਂ ਵਿਗੜ ਰੂਪ ਹੋ ਰਿਹਾ, ਬੜਾ ਵਿਕਰਾਲ ਹਾਂ, ਮੈਂ ਬੜਾ ਡਰਾਉਣਾ ਹਾਂ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ।
ਪ੍ਰਭੂ ਮੈਂ ਜਿਹੋ ਜਿਹਾ ਵੀ ਹਾਂ ਉੱਪਰ ਦੱਸਿਆ ਹੈ, ਪਰ ਮੈਨੂੰ ਹੈ ਪ੍ਰਭੂ ਇਹ ਭਰੋਸਾ ਹੈ, ਇਹ ਆਸ ਹੈ, ਇਹ ਆਧਾਰ ਹੈ ਕਿ ਤੇਰਾ ਇੱਕ ਨਾਮ ਮੈਨੂੰ ਇਹ ਸੰਸਾਰ ਤੋਂ ਤਾਰ ਦੇਵੇਗਾ। ਉੱਪਰ ਜਿਹੋ ਜੀ ਦਸ਼ਾ ਦੱਸੀ ਉਹ ਮੈਂ ਹਾਂ। ਆਸਾ ਤ੍ਰਿਸ਼ਨਾ ਰੂਪੀ ਲੋਭ ਰੂਪੀ ਕੁੱਤਾ ਨਾਲ ਹੈ, ਬੜਾ ਵਿਕਰਾਲ ਰੂਪ ਵਿਗੜ ਰੂਪ ਹੋਇਆ ਮੈਂ ਫਿਰਦਾ ਹਾਂ। ਸ਼ਿਕਾਰੀ ਬਣ ਕੇ ਹੱਥ 'ਚ ਝੂਠ ਦਾ ਛੁਰਾ ਫੜ ਕੇ ਲੋਕਾਂ ਨੂੰ ਠੱਗ ਕੇ ਮੁਰਦਾ ਖਾ ਰਿਹਾ, ਪਰ ਮੈਨੂੰ ਆਸ ਹੈ, ਆਧਾਰ ਹੈ ਤੇਰੇ ਨਾਮ ਦਾ ਕਿ ਜੇ ਮੈਂ ਤੇਰਾ ਨਾਮ ਜਪਾਂਗਾ ਤਾਂ ਇਹਨਾਂ ਭੈੜੀਆਂ ਬਾਦੀਆਂ ਤੋਂ ਮੇਰਾ ਖਹਿੜਾ ਛੁੱਟ ਜਾਏਗਾ ਔਰ ਤੇਰਾ ਨਾਮ ਮੈਨੂੰ ਇਹ ਸੰਸਾਰ ਤੋਂ ਤਾਰ ਦੇਵੇਗਾ। ਤੇਰਾ ਨਾਮ ਇਹ ਨਹੀਂ ਕੋਈ ਆਖੇ ਜੀ ਅਸੀਂ ਮਾਲਾ 10 ਇਹ ਵੀ ਪੜ੍ਹ ਲੈਨੇ ਆ, 10 ਮਾਲਾ ਨਾਮ ਦੀਆਂ ਵੀ ਫੇਰ ਲੈਨੇ ਆ ਤੇ ਹੱਥ 'ਚ ਛੋਰਾ ਫੜ ਕੇ ਠੱਗ ਵੀ ਖਾਂਦੇ ਆ। ਦੋਵੇਂ ਕੰਮ ਨਹੀਂ। ਭਜਨ ਕੀਤਿਆਂ ਇਹ ਮਾੜੀਆਂ ਬਾਦੀਆਂ ਛੁੱਟਣੀਆਂ ਚਾਹੀਦੀਆਂ ਨੇ, ਫਿਰ ਭਜਨ ਦੀ ਕਲਾ ਵਰਤਦੀ ਹੈ। ਤੇ ਜੇ ਮਾੜੀਆਂ ਆਦਤਾਂ ਨਹੀਂ ਛੱਡਣੀਆਂ ਤੇ ਆਖੋ ਭਜਨ ਕਰੀ ਜਾਈਏ ਤੇ ਨਾਲੋਂ ਨਾਲ ਇਹ ਪਾਪ ਕੱਟੇ ਜਾਣਗੇ। ਭਾਈ ਇਹ ਭੁਲੇਖਾ ਹੀ ਚੁੱਕੀ ਫਿਰਦੇ। ਭਜਨ ਦੇ ਨਾਲ ਪਾਪ ਤਾਂ ਕੱਟੇ ਜਾਂਦੇ ਆ ਜੇ ਗੁਨਾਹਾਂ ਤੋਂ ਤੋਬਾ ਕਰੀਏ, ਅਕਾਲ ਪੁਰਖ ਨੂੰ ਅਰਦਾਸਾਂ ਕਰੀਏ, ਵਾਹਿਗੁਰੂ ਇਹ ਬਾਦੀਆਂ ਸਾਡੇ ਕੋਲੋਂ ਛੁਡਾ, ਇਹ ਭੈੜੇ ਕਰਮਾਂ ਤੋਂ ਸਾਡਾ ਖਹਿੜਾ ਛੁਡਾ ਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼। ਹੇ ਪ੍ਰਭੂ ਤੇਰੇ ਇੱਕ ਨਾਮ ਦਾ ਮੈਨੂੰ ਆਧਾਰ ਹੈ, ਆਸਰਾ ਹੈ ਕਿ ਤੇਰਾ ਨਾਮ ਮੈਨੂੰ ਇਹ ਸੰਸਾਰ ਤੋਂ ਤਾਰੇਗਾ। ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ। ਹੇ ਵਾਹਿਗੁਰੂ ਮੈਂ ਇਹੋ ਜਿਹਾ ਨੀਚ ਆ ਕਿ ਆਪਣੇ ਮੂੰਹੋਂ ਰਾਤ ਦਿਨ ਨਿੰਦਾ ਹੀ ਕਰਦਾ, ਨਿੰਦਾ ਦਾ ਹੀ ਟੱਕ ਬੱਧਾ ਹੋਇਆ, ਸਭ ਦੀ ਨਿੰਦਾ ਕਰਦਾ, ਫਲਾਣਾ ਏਦਾਂ, ਅਮਕਾ ਏਦਾਂ, ਉਹ ਏਦਾਂ, ਇਹ ਏਦਾਂ। ਮਹਾਰਾਜ ਜੀ ਰਾਤ ਦਿਨ ਨਿੰਦਾ ਹੀ ਕਰਦਾ ਆਪਣੇ ਮੂੰਹੋਂ। ਪਰ ਕਰ ਜੋਈ ਨੀਚ ਸਨਾਤ। ਪਰਾਏ ਘਰਾਂ ਨੂੰ ਜੋਨਾ, ਪਰਾਏ ਘਰਾਂ ਤੇ ਮਾੜੀ ਦ੍ਰਿਸ਼ਟੀ ਰੱਖਦਾ, ਇਹ ਮੇਰੀ ਨੀਚ ਬਿਰਤੀ ਹੈ। ਕਾਮ ਕ੍ਰੋਧ ਤਨ ਵਸੇ ਚੰਡਾਲ। ਕਾਮ ਕ੍ਰੋਧ ਰੂਪੀ ਜਿਹੜੇ ਚੰਡਾਲ ਨੇ ਵਿਕਾਰ, ਉਹ ਮੇਰੇ ਇਸ ਤਨ ਵਿੱਚ ਇਸ ਸਰੀਰ ਵਿੱਚ ਵਸਦੇ ਹਨ। ਤਾਣਕ ਰੂਪ ਰਹਾ ਕਰਤਾਰ। ਇਹ ਮੇਰੇ ਕਰਤਾਰ ਮੈਂ ਇਹੋ ਜਿਹਾ ਧਾਨਕ ਰੂਪ ਸ਼ਿਕਾਰੀ ਵਾਲਾ ਬਣਾਈ ਬੈਠਾ। ਭਾਈ ਸੁਰਤ ਮਲੂਕੀ ਵੇਸ। ਬਾਹਰੋਂ ਮਲੂਕੀ ਵੇਸ, ਮਲੂਕੀ ਕਹਿੰਦੇ ਐ ਸਾਧੂਆਂ ਵਾਲਾ ਭੇਖ, ਲੰਮਾ ਚੋਲਾ ਗਿੱਟਿਆਂ ਤਾਈਂ ਪਾਇਆ ਹੋਇਆ ਮੈਂ, ਪਰ ਹੇ ਪ੍ਰਭੂ ਬਿਰਤੀ ਆ ਲੋਕਾਂ ਨੂੰ ਫਾਹ ਕੇ ਖਾਣ ਦੀ। ਸੁਰਤ ਵਿੱਚ ਫਾਹੀ ਚੱਲਦੀ ਵੀ ਕਿਹਨੂੰ ਕਿਵੇਂ ਠੱਗੀਏ, ਕਿਹਨੂੰ ਕਿਵੇਂ ਆਪਣੇ ਦਾਅ ਦੇ ਥੱਲੇ ਲਿਆਈਏ। ਬਾਹਰੋਂ ਮਲੂਕੀ ਵੇਸ, ਬਾਹਰੋਂ ਦਰਵੇਸ਼ਾਂ ਵਾਲਾ ਭੇਸ, ਬਾਹਰੋਂ ਦਰਵੇਸ਼ਾਂ ਵਾਲੀ ਪੁਸ਼ਾਕ ਤੇ ਅੰਦਰੋਂ ਮਹਾਰਾਜ ਜੀ ਜੀਵਾਂ ਨੂੰ ਠੱਗ ਖਾਣ ਦੀ ਫਾਹ ਕੇ ਉਹ ਬਿਰਤੀ ਬਣੀ ਹੋਈ ਹੈ। ਇਹ ਮੇਰੀ ਕਰਤੂਤ ਹੈ। ਓ ਠਗਵਾੜਾ ਠੱਗੀ ਦੇਸ। ਇਹ ਪ੍ਰਭੂ ਮੈਂ ਠਗਵਾੜਾ ਤੇ ਠੱਗੀ ਵਾਲੇ ਦੇਸ਼ 'ਚ ਹੀ ਰਹਿਣਾ, ਹਮੇਸ਼ਾ ਹਰ ਵੇਲੇ ਠੱਗੀ ਵਾਲੇ ਦੇਸ਼ 'ਚ ਰਹਿਣਾ, ਸੋਚਦਾ ਇਹਨਾਂ ਕਿਹਨੂੰ ਕਿਵੇਂ ਠੱਗਾਂ। ਖਰਾ ਸਿਆਣਾ ਬਹੁਤਾ ਭਾਰ। ਆਪਣੇ ਆਪ ਨੂੰ ਬੜਾ ਖਰਾ ਸਿਆਣਾ ਕਹਾਉਣਾ, ਇਹੀ ਬਹੁਤਾ ਵੱਡਾ ਭਾਰ ਮੇਰੇ ਸਿਰ ਉੱਤੇ ਹੈ। ਤਾਣਕ ਰੂਪ ਰਹਾ ਕਰਤਾਰ। ਇਹ ਪ੍ਰਭੂ ਮੈਂ ਧਾਨਕ ਰੂਪ ਹੋ ਕੇ, ਸ਼ਿਕਾਰੀ ਰੂਪ ਹੋ ਕੇ ਕਰਤਾਰ ਫਿਰ ਰਿਹਾ। ਮੈਂ ਕੀਤਾ ਨ ਜਾਤਾ ਹਰਾਮ ਖੋਰ। ਇਹ ਵਾਹਿਗੁਰੂ ਮੈਂ ਤੇਰੇ ਕੀਤੇ ਨੂੰ ਨਹੀਂ ਜਾਣਿਆ, ਮੈਂ ਇਹੋ ਜਿਹਾ ਹਰਾਮ ਖੋਰ ਹਾਂ ਕਿ ਤੇਰੇ ਕੀਤੇ ਨੂੰ ਨਹੀਂ ਜਾਣਿਆ, ਅਕਿਰਤ ਘਣ ਹੋਇਆ ਫਿਰਦਾ ਹਾਂ। ਹੋ ਕਿਆ ਮੋ ਦੇਸਾ ਦੁਸ਼ਟ ਚੋਰ। ਇਹ ਪ੍ਰਭੂ ਮੈਂ ਇਹੋ ਜਿਹਾ ਦੁਸ਼ਟ ਤੇਰੇ ਦਰ ਦਾ ਚੋਰ ਹਾਂ, ਕੀ ਮੂੰਹ ਲੈ ਕੇ ਤੇਰੇ ਦਰ ਤੇ ਆਵਾਂ, ਕੀ ਮੂੰਹ ਲੈ ਕੇ ਤੇਰੇ ਦਰ ਤੇ ਹਾਜ਼ਰ ਹੋਵਾਂ। ਨਾਨਕ ਨੀਚ ਕਏ ਵਿਚਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੀਚ ਲੋਕਾਂ ਦੀ ਇਹ ਵਿਚਾਰ ਕਹੀ ਹੈ। ਤਾਣਕ ਰੂਪ ਰਹਾ ਕਰਤਾਰ। ਇਹ ਮੇਰੇ ਕਰਤਾਰ ਮੈਂ ਧਾਨਕ ਰੂਪ ਹੋ ਕੇ, ਸ਼ਿਕਾਰੀ ਰੂਪ ਹੋ ਕੇ ਫਿਰਦਾ, ਪਰ ਤੇਰਾ ਇੱਕ ਨਾਮ ਹੈ ਜਿਹੜਾ ਮੈਨੂੰ ਇਹ ਸੰਸਾਰ ਤੋਂ ਤਾਰਨੇ ਦੀ ਸਮਰੱਥਾ ਰੱਖਦਾ ਹੈ। ਦਇਆ ਕਰੋ, ਕਿਰਪਾ ਕਰੋ, ਮੈਨੂੰ ਆਪਣੇ ਪਵਿੱਤਰ ਅੰਮ੍ਰਿਤ ਨਾਮ ਦੀ ਦਾਤ ਬਖਸ਼ ਕੇ ਨਿਵਾਜੋ। ਤੁਹਾਡਾ ਨਾਮ ਮੇਰੇ ਹਿਰਦੇ 'ਚ ਦ੍ਰਿੜ ਤੇ ਪ੍ਰਪੱਕ ਹੋ ਜਾਵੇ। ਜੋ ਪਈ
ਰਾਗ ਅਲਾਪ ਊਚ ਸੁਰ ਸਾਥਾ। ਸ੍ਰੀ ਰਾਗ ਵਿੱਚ ਪਾਤਸ਼ਾਹ ਨੇ ਉੱਚਾ ਆਲਾਪ ਲਾ ਕੇ ਪੂਰੀ ਪੰਚਮ ਸੁਰ ਵਿੱਚ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਗਾਵਿਆ। ਪੜਤ ਸ਼ਬਦ ਫਿਰੀ ਜਗਨਾਥਾ। ਉੱਚੀ ਉੱਚੀ ਪੜਦੇ ਆ ਤੇ ਫਿਰੀ ਜਾਂਦੇ ਆ। ਉੱਥੇ ਬਾਹਰਲੇ ਪਾਸੇ ਜੰਗਲ ਦਾ ਇਲਾਕਾ ਹੈ, ਕਰਤਾਰਪੁਰ ਸਾਹਿਬ ਤੋਂ ਬਾਰ-ਬਾਰ ਉਜਾੜ ਵਿੱਚ ਫਿਰੀ ਜਾਂਦੇ ਤੇ ਉੱਚੀ ਉੱਚੀ ਪੜੀ ਜਾਂਦੇ ਨੇ, ਰੀਝ ਰੀਝ ਕੇ ਤਾਣ ਕਰੂਪ ਰਹਾ ਕਰਤਾਰ, ਏਕ ਸਵਾਨ ਦੋਏ ਸਵਾਨੀ ਨਾਲ ਉੱਚੀ ਉੱਚੀ ਆਵਾਜ਼ ਵਿੱਚ ਗਾ ਰਹੇ ਹਨ। ਗਮਨੇ ਜਹਾਂ ਉਜਾਰ ਮਾਨਾ। ਗਾਉਂਦਿਆਂ ਗਾਉਂਦਿਆਂ ਮਹਾਰਾਜ ਜਿੱਥੇ ਬਹੁਤ ਸੰਘਣਾ ਉਜਾੜ ਹੈ ਉੱਥੇ ਗਏ। ਅਪਰਮਾਨ ਮੁਖ ਤੇਜ ਦੀਪਾਨਾ। ਪਾਤਸ਼ਾਹ ਦੇ ਚਿਹਰੇ ਤੇ ਇਤਨਾ ਜਲਾਲ ਤੇ ਤੇਜ ਹੈ ਕਿ ਨਿਗਾਹ ਭਰ ਕੇ ਗੁਰਦੇਵ ਦੇ ਮੁਖ ਮੰਡਲ ਵੱਲ ਵੇਖ ਨਹੀਂ ਹੁੰਦਾ। ਉਗਰ ਸਰੂਪ ਨ ਜਾਏ ਬਿਲੋਕੇ। ਪਾਤਸ਼ਾਹ ਦਾ ਇਤਨਾ ਉਗਰ ਤੇਜਸਵੀ ਸਰੂਪ ਹੈ ਜਿਹੜਾ ਵੇਖਿਆ ਨਹੀਂ ਜਾ ਰਿਹਾ। ਸਨਮੁਖ ਰਵ ਜਿਉ ਦ੍ਰਿਸ਼ਟੀ ਰੋਕੇ। ਜਿਵੇਂ ਸੂਰਜ ਦੇ ਸਾਹਮਣੇ ਨਿਗਾਹ ਭਰ ਕੇ ਸੂਰਜ ਨੂੰ ਨਹੀਂ ਨਾ ਵੇਖ ਹੁੰਦਾ, ਇਉਂ ਸਤਿਗੁਰਾਂ ਦੇ ਚਿਹਰੇ ਵੱਲ ਵੇਖ ਨਹੀਂ ਹੋ ਰਿਹਾ। ਇਸ ਬਿਦ ਕੇਤਕ ਕਾਲ ਬਿਤਾਇਓ। ਏਦਾਂ ਸਤਿਗੁਰਾਂ ਕੁਝ ਸਮਾਂ ਉਜਾੜ 'ਚ ਹੀ ਬਤੀਤ ਕੀਤਾ। ਬਚ ਲੈਣੇ ਕਰ ਜੋਰ ਅਲਾਇਓ। ਭਾਈ ਲਹਿਣਾ ਜੀ ਕੋਲ ਖੜੇ ਨੇ। ਭਾਈ ਲਹਿਣਾ ਜੀ ਹੱਥ ਜੋੜ ਕੇ ਬੋਲੇ, ਸੁਨੋ ਪ੍ਰਭੂ ਜੋ ਸਾਂਗ ਅਰੰਭਾ। ਕਹਿਣ ਲੱਗੇ, ਹੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ, ਆ ਜਿਹੜਾ ਸਾਂਗ ਆਪ ਜੀ ਨੇ ਅਰੰਭਿਆ ਹੈ, ਸਰਬ ਬਿਲੋਕਿਤ ਭਏ ਅਚੰਭਾ। ਸਭ ਵੇਖ ਕੇ ਹੈਰਾਨ ਹੋ ਗਏ ਨੇ ਤੁਹਾਡਾ ਇਹ ਚੋਜ ਵੇਖ ਕੇ। ਹੋਏ ਅਤੀਰਜ ਤਿਆਗਿਓ ਸਾਥਾ। ਮਹਾਰਾਜ ਜੀ ਸਭ ਨੇ ਧੀਰਜ ਛੱਡ ਕੇ ਤੁਹਾਡਾ ਸਾਥ ਛੱਡ ਦਿੱਤਾ, ਤੁਹਾਡੇ ਨਾਲ ਇੱਥੇ ਨਹੀਂ ਆਏ। ਅਬ ਕੋ ਨਹੀਂ ਸੰਗ ਹੈ ਨਾਥਾ। ਇਹ ਨਾਥ ਹੁਣ ਆਪ ਜੀ ਦੇ ਪਾਸ ਕੋਈ ਸੰਗੀ ਨਹੀਂ ਹੈ। ਇੱਕ ਮੈਂ ਰਹਿਓ ਸੋ ਜਾਉ ਨ ਤਬਈ। ਇੱਕ ਮੈਂ ਤੁਹਾਡੇ ਚਰਨਾਂ 'ਚ ਰਹਿ ਗਿਆ ਗਰੀਬ ਨਵਾਜ, ਮੈਂ ਨਹੀਂ ਹੁਣ ਜਾਂਦਾ। ਦਿਓ ਕਸੋਟੀ ਸਹਿਓ ਸਭਈ। ਜਿਹੜੀ ਕਸੌਟੀ ਲਾਓਗੇ ਮੇਰੇ ਸਾਹਿਬ ਉਹ ਸਹਾਂਗਾ, ਪਰ ਕਿਰਪਾ ਤੁਸਾਂ ਨੇ ਕਰਨੀ ਹੈ। ਤਨ ਮਨ ਵੇਚ ਪ੍ਰੇਮ ਲੀਏ ਮੋਲਾ। ਮੈਂ ਆਪਣਾ ਤਨ ਤੇ ਮਨ ਤੁਹਾਨੂੰ ਵੇਚ ਕੇ ਬਦਲੇ 'ਚ ਮੁੱਲ ਖਰੀਦਿਆ ਪ੍ਰੇਮ। ਤਨ ਮਨ ਵੇਚ ਕੇ ਤੁਹਾਡਾ ਪ੍ਰੇਮ ਖਰੀਦਿਆ ਹੈ। ਤਜੋ ਕਿਹਾਨੋ ਮੂਲ ਕੋ ਗੋਲਾ। ਮਹਾਰਾਜ ਤੁਹਾਡਾ ਮੁੱਲ ਖਰੀਦਿਆ ਗੋਲਾ ਲਾਲਾ ਹਾਂ। ਭਾਵੇਂ ਛੱਡੋ ਤੇ ਭਾਵੇਂ ਮਾਰੋ ਤੇ ਭਾਵੇਂ ਆਪਣੇ ਚਰਨਾਂ ਦੀ ਸ਼ਰਨ 'ਚ ਰੱਖ ਲੋ, ਇਹ ਤੁਹਾਡੀ ਮਰਜ਼ੀ ਹੈ। ਮਾਰਿਓ ਚੋ ਮੁਰਦੀ ਜੇ ਮਾਰੀ। ਜੇ ਮਾਰਨਾ ਤਾਂ ਮਾਰ ਦਿਓ, ਪੁਰ ਪਾਵੇ ਤੋ ਰਾਖ ਜੀਵਾਰੀ। ਜੇ ਭੌਂਦਾ ਹਿਰਦੇ ਨੂੰ ਤੇ ਰੱਖ ਕੇ ਜਵਾ ਲੋ। ਤੁਮਰੇ ਹਿਤ ਬਿਨ ਸੇ ਤਨ ਮੇਰੋ। ਮਹਾਰਾਜ ਤੁਹਾਡੇ ਵਾਸਤੇ ਮੇਰਾ ਇਹ ਤਨ ਬਿਨਸ ਜਾਵੇ, ਲੇਖੇ ਲੱਗ ਜਾਵੇ। ਵੱਡੇ ਭਾਗ ਆਪਣੇ ਤਬ ਏਰੋ। ਮੈਂ ਆਪਣੇ ਵੱਡੇ ਭਾਗ ਜਾਣਾਂਗਾ ਕਿ ਮੇਰਾ ਤਨ ਸਤਿਗੁਰਾਂ ਦੇ ਲੇਖੇ ਲੱਗ ਗਿਆ। ਇਹ ਲਾਲਸ ਉਰ ਰਹੇ ਸਦਾਈ। ਮਹਾਰਾਜ ਇਹ ਲਾਲਸਾ ਮੇਰੇ ਹਿਰਦੇ 'ਚ ਸਦਾ ਰਹਿੰਦੀ ਹੈ। ਏਤ ਤੁਮਾਰੇ ਤਨ ਬਿਨ ਸਾਈ। ਮਹਾਰਾਜ ਜੀ ਤੁਹਾਡੇ ਹਿੱਤੇ ਤਨ ਬਿਨਸ ਜਾਵੇ। ਹਿਰਦੇ ਨ ਪਰਮੋ ਪਿਖ ਕਬ ਕੇ। ਮਹਾਰਾਜ ਮੈਂ ਕਦੇ ਆਪਣੇ ਹਿਰਦੇ 'ਚ ਨਾ ਭਰਮਾ, ਇਹੋ ਜੀ ਕਿਰਪਾ ਕਰਿਓ। ਅਬ ਕਿਉਂ ਸਾਂਗ ਅਰੰਭਿਓ ਏ। ਮਹਾਰਾਜ ਹੁਣ ਤਾਂ ਸਾਰੇ ਚਲੇ ਗਏ ਨੇ, ਮੈਂ ਕੱਲਾ ਆ, ਹੁਣ ਕਿਉਂ ਇਹ ਸਾਂਗ ਅਰੰਭਿਆ ਹੋਇਆ। ਮਹਾਰਾਜ ਹੁਣ ਆਪਣੀ ਲੀਲਾ ਵਿੱਚ ਆ ਜਾਓ ਮੇਰੇ ਸਤਿਗੁਰੂ। ਹੁਣ ਤਾਂ ਚਲੇ ਗਏ ਜਿਨ੍ਹਾਂ ਨੇ ਤੁਹਾਡਾ ਸਾਂਗ ਵੇਖ ਕੇ ਭਰਮਣਾ ਸੀ। ਮੈਨੂੰ ਨਹੀਂ ਤੁਸੀਂ ਭਰਮਣ ਦੇਣਾ, ਮੈਨੂੰ ਭਰੋਸਾ ਹੈ। ਪਾਤਸ਼ਾਹ ਹੁਣੇ ਸਾਂਗ ਕਿਉਂ ਕੀਤਾ ਹੋਇਆ? ਸੁਨਤ ਸ਼੍ਰੋਣ ਇਸ ਦਿਸ਼ ਕਰ ਨੈਣਾ। ਸਤਿਗੁਰੂ ਜੀ ਨੇ ਜਦੋਂ ਭਾਈ ਲਹਿਣਾ ਜੀ ਦੇ ਬਚਨ ਸੁਣੇ, ਦਇਆ ਦ੍ਰਿਸ਼ਟੀ ਕਰਕੇ ਵੇਖਿਆ, ਨਰਕ ਨਿਵਾਰਨ ਬੋਲੇ ਬੈਨਾ। ਜੋ ਆਪਣੇ ਸੇਵਕਾਂ ਨੂੰ ਨਰਕਾਂ ਚੋਂ ਕੱਢ ਲੈਂਦੇ ਆ, ਬਾਹ ਫੜ ਕੇ ਨਰਕ ਨਹੀਂ ਜਾਣ ਦਿੰਦੇ, ਪਾਤਸ਼ਾਹ ਇਹੋ ਜਿਹੇ ਅੰਮ੍ਰਿਤ ਬੋਲ ਬੋਲੇ। ਕਿਉਂ ਹੀ ਅਬ ਹਮਰੇ ਜੀਏ ਆਈ। ਮਹਾਰਾਜ ਜੀ ਕਹਿੰਦੇ ਲੈਣਿਆ ਸਾਡੇ ਮਨ ਚ ਹੁਣ ਇਉਂ ਹੀ ਬਣ ਆਈ ਹੈ, ਅਸੀਂ ਪੁਰਖਾ ਹੁਣ ਐਸਾ ਹੀ ਕਰਨਾ। ਮਾਨਵ ਪਾਸ ਨ ਮੋਏ ਸੁਹਾਈ। ਮੈਨੂੰ ਨਹੀਂ ਚੰਗਾ ਲੱਗਦਾ ਸਾਡੇ ਕੋਲ ਬੰਦੇ ਬਹੁਤੇ ਭੀੜ ਪਾ ਕੇ ਬੈਠੇ ਰਹਿਣ। ਮਹਾਰਾਜ ਜੀ ਕਹਿੰਦੇ ਹੁਣ ਨਹੀਂ ਮੈਨੂੰ ਸੋਭਦਾ ਵੀ ਬਹੁਤੇ ਭੀੜ ਪਾ ਕੇ ਬੈਠੇ ਰਹਿਣ। ਤੈਂ ਕਿਉਂ ਅਬੇ ਬਿਲੰਬ ਲਗਾਈ। ਤੂੰ ਕੀ ਕਰਦਾ ਇੱਥੇ? ਮਹਾਰਾਜ ਜੀ ਬੀਰ ਰਸ ਵਿੱਚ ਆਏ, ਤੂੰ ਕੀ ਕਰਦਾ ਇੱਥੇ? ਤੂੰ ਕਿਉਂ ਦੇਰੀ ਲਾਈ ਐ? ਹਟੋ ਸੰਗ ਤੇ ਜਾਓ ਪਲਾਈ। ਜਾ ਭੱਜ ਜਾ ਇੱਥੋਂ, ਦੌੜ ਜਾ ਵਾਪਸ। ਜਾਂਦਾ ਕਿ ਨਹੀਂ ਜਾਂਦਾ?
ਮਹਾਰਾਜ ਜੀ ਉਹ ਤਾੜ ਨਾ ਕਰਦੇ। ਬਚਨ ਮਾਨ ਨੇ ਨਿਕਟ ਰਹੀ ਜੈ ਸਾਡਾ ਬਚਨ ਮਨ ਸਾਡੇ ਕੋਲ ਨਾ ਰਹਿ, ਚਲਾ ਜਾ। ਸਾਥ ਚੋਰ ਕੈ ਗਮਨ ਕਰੀ ਜੈ ਸਾਡਾ ਸਾਥ ਛੱਡ ਕੇ ਚਲਾ ਜਾ ਵਾਪਸ। ਸੁਣ ਲੈਣੇ ਵਿਚਾਰ ਕਰ ਜੋਰੇ ਭਾਈ ਲਹਿਣੇ ਨੇ ਮਨ ਚ ਵਿਚਾਰ ਕੀਤੀ, ਗੁਰੂ ਰਜਾਏ ਅਮੋਰ ਸੁਮੋਰੇ। ਦੇਖਿਆ ਵੀ ਗੁਰੂ ਸਾਹਿਬ ਹੁਕਮ ਕਰ ਰਹੇ ਨੇ ਵੀ ਜਾ, ਸਿੱਖ ਦਾ ਕੰਮ ਹੈ ਹੁਕਮ ਪਾਲਣਾ। ਜੇ ਉਹ ਕਹਿ ਰਹੇ ਨੇ ਵੀ ਜਾ ਤੇ ਮੇਰੇ ਲਈ ਗੁਰੂ ਕਾ ਹੁਕਮ ਅਮੋੜ ਹੈ। ਸਿਰ ਪਰ ਤਰੋਂ ਸਦਾ ਮੈਂ ਆਛੇ ਕਹਿਣ ਲੱਗੇ ਮਹਾਰਾਜ ਸਿਰ ਮੱਥੇ ਆਪ ਜੀ ਦੇ ਬਚਨ, ਜਿਵੇਂ ਆਪ ਜੀ ਕਹਿੰਦੇ ਜੇ ਤੁਹਾਨੂੰ ਨਹੀਂ ਪਿਆ ਪਾਉਂਦਾ, ਤੁਸੀਂ ਇਕਾਂਤ 'ਚ ਰਹਿਣਾ ਚਾਹੁੰਦੇ ਹੋ ਸਾਰੇ ਚਲੇ ਜਾਈਏ, ਮੈਨੂੰ ਵੀ ਜਾਣ ਨੂੰ ਕਹਿੰਦੇ ਹੋ, ਜਿਵੇਂ ਆਪ ਜੀ ਦਾ ਹੁਕਮ ਸਤ ਬਚਨ। ਅਸ ਕੈ ਗਮਨਿਓ ਲੈਣਾ ਪਾਛੇ ਕਿਉਂ ਕਹਿ ਕੇ ਭਾਈ ਲਹਿਣਾ ਜੀ ਪਿੱਛੇ ਨੂੰ ਵਾਪਸ ਚੱਲ ਪਏ। ਪ੍ਰਭੂ ਬਿਲੋਕ ਤਾਹੇ ਕੇ ਓਰੀ ਸਤਿਗੁਰੂ ਜੀ ਨੇ ਵੇਖਿਆ, ਕਹਿਓ ਕਿ ਉਚਰੋ ਬਚਨ ਬਹੋਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਹਟ ਜੇ ਪਿਖੇ ਨੈਣ ਇਤਲਾਵੇ। ਮਹਾਰਾਜ ਜੀ ਕਹਿੰਦੇ ਉਹ ਪੁਰਖਾ, ਕਿਉਂਕਿ ਭਾਈ ਲਹਿਣਾ ਜੀ ਥੋੜਾ ਜਿਹਾ ਟੁਰੇ ਦੇ ਮੁੜ ਕੇ ਪਿੱਛੇ ਵੇਖਣ ਲੱਗ ਪਏ। ਮਹਾਰਾਜ ਜੀ ਕਹਿੰਦੇ ਉਹ ਪੁਰਖਾ, ਜੇ ਤੈਂ ਹੁਣ ਮੁੜ ਕੇ ਪਿੱਛੇ ਨੂੰ ਵੇਖਿਆ ਤੋ ਤੂੰ ਆਪਣਾ ਕੀਤਾ ਪਾਵੇਂ ਤੇ ਫਿਰ ਤੂੰ ਆਪਣਾ ਕੀਤਾ ਪਾਵੇਂਗਾ। ਹੁਣ ਮੁੜ ਪਿੱਛੇ ਨਾ ਵੇਖੀ, ਦੌੜ ਜਾ ਛੇਤੀ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਪਿੱਛੇ ਨਾ ਵੇਖੀ, ਜੇ ਤਾਂ ਪਿੱਛੇ ਵੇਖਿਆ ਤੇ ਆਪਣਾ ਕੀਤਾ ਪਾਵੇਂਗਾ। ਠਾਂਡ ਨਾ ਹੋਈਏ ਹਮਰੇ ਨੇਰੇ ਸਾਡੇ ਨੇੜੇ ਨਾ ਹੁਣ ਖਲੋਈ, ਚਲਾ ਜਾ। ਭਾਜੇ ਜਾਓ ਨਾ ਆਵੋ ਫੇਰੇ ਭੱਜ ਕੇ ਜਾ, ਦੌੜ ਕੇ ਮੁੜ ਕੇ ਨਾ ਆਵੀਂ ਪਿੱਛੇ। ਬਚਨ ਸੁਨਤ ਲੈਣਾ ਤਬ ਤਾਇਓ। ਭਾਈ ਲਹਿਣਾ ਜੀ ਤਾਂ ਉਹਨਾਂ ਨੇ ਆਖਿਆ ਵੀ ਬਚਨ ਹੀ ਮੰਨਣਾ। ਥੋੜਾ ਜਿਹਾ ਅੱਗੇ ਜਾ ਕੇ ਦੂਰ ਹੋ ਕੇ ਭਾਈ ਲਹਿਣਾ ਜੀ ਖਲੋ ਗਏ, ਵੀ ਇਹੀ ਕਿਹਾ ਨਾ ਵੀ ਚਲਾ ਜਾ। ਥੋੜਾ ਜਿਹਾ ਜਾ ਕੇ ਖਲੋ ਗਏ ਵੀ ਬਚਨ ਮੰਨ ਲਿਆ। ਮਹਾਰਾਜ ਜੀ ਕਹਿੰਦੇ ਏਦਾਂ ਨਹੀਂ ਵੀ ਦੌੜ ਕੇ ਜਾ, ਇੱਥੋਂ ਭੱਜ ਕੇ ਪਿੱਛੇ ਨਾ ਮੁੜ ਕੇ ਵੇਖੀ, ਰੁਕੀ ਨਾ ਜਦੋਂ ਤੱਕ ਪਿੰਡ ਨਹੀਂ ਆਉਂਦਾ, ਨਗਰ ਨਹੀਂ ਆਉਂਦਾ। ਇਹ ਸੁਣ ਕੇ ਭਾਈ ਲਹਿਣਾ ਜੀ ਨੇ ਤੇਜ਼ੀ ਨਾਲ ਦੌੜਨਾ ਸ਼ੁਰੂ ਕੀਤਾ। ਪਾਛੇ ਕੋ ਨੈ ਨੈਕ ਲਖਾਇਓ ਮੁੜ ਕੇ ਨਹੀਂ, ਫਿਰ ਪਿੱਛੇ ਨਿਗਾਹ ਮਾਰ ਕੇ ਵੇਖਿਆ ਜਿਵੇਂ ਹੁਕਮ ਸੀ। ਰਾਰ ਮਾਏ ਜਿਉ ਭਾਜੀ ਸੈਨ ਕਹਿੰਦੇ ਜਿਵੇਂ ਕਿਤੇ ਜੰਗ ਦੇ ਮੈਦਾਨ ਵਿੱਚ ਸੈਨਾ ਨਹੀਂ ਭੱਜੀ ਜਾਂਦੀ, ਪਿੱਛੇ ਨਹੀਂ ਵੇਖਦੀ, ਇਉਂ ਭਾਈ ਲਹਿਣਾ ਜੀ ਦੌੜੇ। ਸਭ ਕੱਟ ਗਈ ਅਯੋ ਸੁਧ ਦੈਨ ਕਹਿੰਦੇ ਮਾਨੋ ਜਿਵੇਂ ਸਾਰੀ ਘਟਾ ਚਲੀ ਗਈ ਹੋਵੇ ਤੇ ਕੋਈ ਖਬਰ ਦੇਣ ਆਉਂਦਾ ਹੋਵੇ। ਤਿਉ ਲੈਣੇ ਦੋਰੇ ਪੁਰ ਆਵਾ। ਭਾਈ ਲਹਿਣਾ ਜੀ ਦੌੜੇ ਆ ਰਹੇ ਨੇ ਨਗਰ ਵੱਲ। ਮਗ ਮੈਂ ਠਾਂਡ ਨ ਕਹੂੰ ਰਹਾਵਾ। ਰਸਤੇ 'ਚ ਕਿਤੇ ਨਹੀਂ ਖਲੋਤੇ। ਇਤਕ ਸਿੱਖ ਬੈਠੇ ਪੁਰ ਮਾਈ। ਜਿੱਥੇ ਉਹ ਸਿੱਖ ਬੈਠੇ ਸੀ ਮਹਾਰਾਜ ਜੀ ਦੇ ਨਾਲੋਂ ਜੁਦਾ ਹੋ ਕੇ, ਜਿਹੜੇ ਗਏ ਨਹੀਂ ਸੀ ਮਹਾਰਾਜ ਜੀ ਨਾਲ, ਕੱਲੇ ਭਾਈ ਲਹਿਣਾ ਜੀ ਗਏ। ਜਿੱਥੇ ਉਹ ਬੈਠੇ ਸੀ ਇਕੱਠੇ ਹੋ ਕੇ, ਉੱਥੇ ਭਾਈ ਲਹਿਣਾ ਜੀ ਆ ਗਏ। ਜਿਨ ਕੋ ਮੋਹ ਸਦਨ ਧਨ ਨਾਈ। ਔਰ ਉਹ ਵੀ ਉਹ ਬੈਠੇ ਨੇ ਜਿਨ੍ਹਾਂ ਨੂੰ ਨਾ ਧਨ ਦਾ ਤੇ ਨਾ ਘਰ ਦਾ ਮੋਹ ਹੈ। ਸੋ ਲੈਣੇ ਕੇ ਟਿਕ ਚਲੇ ਆਏ। ਉਹ ਭਾਈ ਲਹਿਣਾ ਜੀ ਉਹਨਾਂ ਦੇ ਕੋਲ ਗਏ, ਉਹਨਾਂ ਨੂੰ ਪਤਾ ਲੱਗਾ ਵੀ ਲਹਿਣਾ ਜੀ ਆ ਗਏ ਨੇ ਵਾਪਸ, ਤੇ ਉਹ ਇਕੱਠੇ ਹੋ ਗਏ ਕੋਲ। ਪੂਛਤ ਕਸ ਤਵ ਹਾਲ ਬਿਹਾਏ। ਉਹਨਾਂ ਪੁੱਛਿਆ ਪੁਰਖਾ ਤੂੰ ਦੌੜਿਆ ਨਾ, ਸਾਹੋ ਸਾਹ ਪਸੀਨੋ ਪਸੀਨੀ ਹੋਇਆ। ਭਾਈ ਲਹਿਣਾ ਜੀ ਕੀ ਗੱਲ ਹੋਈ, ਕੀ ਬੀਤੀ ਆ ਤੁਹਾਡੇ ਨਾਲ? ਸ਼ਰਮ ਸ਼ੀਕਰ ਆਨਨ ਪਰੇ ਆਏ। ਤੇਰੇ ਤੇ ਪਸੀਨਾ ਛਾਇਆ ਹੋਇਆ, ਕੀ ਗੱਲ ਹੋ ਗਈ? ਚੜਿਓ ਸਵਾਸ ਕਿਉਂ ਐਸੇ ਧਾਏ। ਸਾਹ ਨਾਲ ਸਾਹ ਨਹੀਂ ਰਲਦਾ ਪਿਆ ਤੁਹਾਡਾ, ਦੌੜੇ ਆਏ ਹੋ, ਕੀ ਹੋ ਗਿਆ ਹੈ? ਦੀਜੇ ਸੁਧ ਸ੍ਰੀ ਗੁਰ ਕੀ ਜੈਸੀ। ਦੱਸੋ ਗੁਰੂ ਨਾਨਕ ਸਾਹਿਬ ਦੀ ਕੀ ਸੋਧਾ, ਉੱਥੇ ਕੀ ਕਰ ਰਹੇ ਨੇ? ਤੁਝ ਸੋ ਵਰਤੀ ਕਈਏ ਕੈਸੀ। ਭਾਈ ਲਹਿਣਾ ਜੀ ਕੀ ਵਰਤਿਆ ਤੁਹਾਡੇ ਨਾਲ, ਏਦਾਂ ਡਰ ਕੇ ਦੌੜ ਕੇ ਆਇਓ ਜਾਪਦਾ। ਸੁਣ ਲੈਣੇ ਸਭ ਸਿੱਖ ਬਿਠਾਰੇ। ਸੁਣ ਕੇ ਭਾਈ ਲਹਿਣੇ ਨੇ ਆਖਿਆ ਸਾਰੇ ਸੱਜ ਜਾਓ, ਬਹਿ ਜਾਓ, ਮੈਂ ਡਰ ਕੇ ਨਹੀਂ ਆਇਆ, ਹੁਕਮ ਬਣ ਕੇ ਆਇਆ ਹਾਂ। ਸਾਰੇ ਸੱਜ ਕੇ ਬਹਿ ਜਾਓ, ਸਾਰਿਆਂ ਨੂੰ ਸਜਾ ਕੇ ਬਿਠਾ ਲਿਆ। ਹਿਤ ਸੋ ਤਿਨ ਕੇ ਚਰਨ ਪਖਾਰੇ। ਭਾਈ ਲਹਿਣੇ ਨੇ ਸਾਰੇ ਸਿੱਖਾਂ ਦੇ ਚਰਨ ਧੋਏ, ਆਖਿਆ ਤੁਹਾਨੂੰ ਤੁਸੀਂ ਗੁਰੂ ਕੇ ਸਿੱਖ ਹੋ, ਤੁਸੀਂ ਗੁਰੂ ਕੀ ਸਿੱਖੀ ਨਿਭਾਈ ਜਿੱਥੇ ਤੱਕ ਨਿਭਾ ਸਕਦੇ ਸੋ। ਸਭ ਦੇ ਚਰਨ ਧੋਏ। ਲੱਗਿਓ ਸਮੋਧ ਕਰਨ ਗਤਵਾਨੀ। ਉਹਨਾਂ ਸਾਰਿਆਂ ਨੂੰ ਸੰਬੋਧਨ ਕਰਕੇ ਭਾਈ ਲਹਿਣਾ ਜੀ ਬੋਲੇ, ਮ੍ਰਿਦੁਲ ਮధుਰ ਕੈ ਸੀਤਲ ਬਾਨੀ। ਬੜੇ ਬਿਰਦਲ ਕੋਮਲ ਬਿਠੇ ਬੋਲ ਬੋਲੇ। ਆਖਿਆ ਉਹ ਭਰਮੋ ਨਾ, ਮੇਰੇ ਸਤਿਗੁਰਾਂ ਨੇ ਸਾਂਗ ਅਰੰਭਿਆ, ਉਹਨਾਂ ਅਰੰਭਿਆ ਹੀ ਇਸ ਕਰਕੇ ਸੀ ਵੀ ਬਹੁਤੇ ਵੇਖ ਕੇ ਭਰਮ ਜਾਣਗੇ। ਚਲੋ ਚੱਲੀਏ ਉਹਨਾਂ ਦੇ ਦਰਸ਼ਨਾਂ ਨੂੰ। ਸਤਿਗੁਰੂ ਜੀ ਦੇ ਪਾਸ ਆ ਰਹੇ ਨੇ। ਗੁਰੂ ਬਾਬਾ ਜੀ ਫਿਰ ਪਰਖ ਰਹੇ ਨੇ ਉਹ ਕਥਾ ਵਿੱਚ
ਕਿ ਜਿਵੇਂ ਭਾਈ ਲਹਿਣਾ ਜੀ ਕੇਵਲ ਉਸ ਪਰਖ 'ਚ ਖਰੇ ਉਤਰੇ ਐ, ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਧ ਸੰਗਤ ਜੀ, ਬੇਨਤੀ ਹੈ, ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ। ਇਸ ਦੀ ਸਮਾਪਤੀ 7 ਅਗਸਤ ਦਿਨ ਐਤਵਾਰ ਨੂੰ ਸ਼ਾਮ ਦੇ ਦੀਵਾਨਾਂ 'ਚ ਕੀਤੀ ਜਾਏਗੀ। ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ ਔਰ ਅਰਦਾਸ ਸਮਾਗਮ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸਮਾਪਤੀ ਹੋਵੇਗੀ ਔਰ ਸੂਰਜ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਦੀ ਅਰਦਾਸ ਹੋਵੇਗੀ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। 8 ਅਗਸਤ ਨੂੰ ਗੁਰੂ ਕੇ ਬਾਗ ਦਾ 100 ਸਾਲਾ ਸ਼ਤਾਬਦੀ ਗੁਰੂ ਕੇ ਬਾਗ ਦੇ ਮੋਰਚੇ ਦਾ ਦਿਨ ਆ ਰਿਹਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਬਾਗ ਵਿਖੇ ਮਨਾਇਆ ਜਾ ਰਿਹਾ। 8 ਅਗਸਤ ਨੂੰ ਉੱਥੇ ਦੀਵਾਨ, ਭਾਰੀ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਨਾ ਜੀ। ਵਾਹਿਗੁਰੂ 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 हे अच्युत हे पार ब्रह्म ਅਬਨਾਸੀ ਅਗਨਾਸ हे पूरन हे सर्वमय ਦੁਖ ਭੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोबिंद हे गुण निधान ਜਾਂ ਕੀ ਸਦਾ ਬਵੇਕ हे अपरंपर हर हरे ਐ ਪੀਓ ਅਣਹਾਰ हे संतह कै सदा संग ਨਿਧਾਰਾ ਆਧਾਰ हे ठाकुर हऊँ दासरो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤੇ ਨਿਆਲ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु नाम जहाज है ਜੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰੇ ਉਤਾਰ ਨਿਆਰ वाहिगुरु जी का खालसा वाहिगुरु जी की फतेह।